गुड मॉर्निंग। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਚੌਥਾ ਚੈਪਟਰ, ਜਿਹਦਾ ਨਾਮ ਹੈਗਾ ਵਾ ਕ੍ਰਿਸਟਲ ਡਾਇਓਡ ਐਂਡ ਰੈਕਟੀਫਾਇਰ। ਆਪਾਂ ਪਹਿਲਾਂ ਡਾਇਓਡ ਬਾਰੇ ਪੜ੍ਹ ਚੁੱਕੇ ਹਾਂ। ਡਾਇਓਡ ਦੇ ਵਿੱਚ ਕੀ ਸੀਗਾ ਵੀ ਪੀ ਟਾਈਪ ਅਤੇ ਐਨ ਟਾਈਪ ਸੈਮੀਕੰਡਕਟਰ, ਉਹਨਾਂ ਦੋਨੋਂ ਨੂੰ ਆਪਾਂ ਆਪਸ ਵਿੱਚ ਜੋੜ ਦਿੰਦੇ ਸੀ ਤਾਂ ਇੱਕ ਪੀ ਇੰਜੈਕਸ਼ਨ ਡਾਇਓਡ ਬਣ ਜਾਂਦਾ ਸੀ, ਇੱਕ ਇੰਸਟਰੂਮੈਂਟ ਬਣ ਜਾਂਦਾ ਸੀ ਜਾਂ ਆਬਜੈਕਟ ਬਣ ਜਾਂਦਾ ਸੀ, ਜਿਹੜਾ ਕੀ ਹੈ ਫਾਰਵਰਡ ਬਾਇਸ ਦੇ ਵਿੱਚ। ਜਦੋਂ ਫਾਰਵਰਡ ਬਾਇਸ ਦਾ ਮਤਲਬ ਕੀ ਹੈ, ਪੋਜ਼ਿਟਿਵ ਨੂੰ ਪੋਜ਼ਿਟਿਵ ਨਾਲ, ਨੈਗੇਟਿਵ ਨੂੰ ਨੈਗੇਟਿਵ ਨਾਲ ਜਦੋਂ ਆਪਾਂ ਕੰਡਕਟ ਕਰਦੇ ਸੀਗੇ ਤਾਂ ਉਹ ਕੰਡਕਟ ਕਰਦਾ ਸੀਗਾ। ਜਦੋਂ ਆਪਾਂ ਨੂੰ ਪੋਜ਼ਿਟਿਵ ਨੂੰ ਨੈਗੇਟਿਵ ਨਾਲ, ਨੈਗੇਟਿਵ ਨੂੰ ਪੋਜ਼ਿਟਿਵ ਨਾਲ ਕਨੈਕਟ ਕਰਦੇ ਸੀਗੇ ਤਾਂ ਉਹ ਕੰਡਕਟ ਨਹੀਂ ਕਰਦਾ ਸੀਗਾ। ਹੁਣ ਕਹਿੰਦਾ ਆਪਾਂ ਇੰਨੀ ਪ੍ਰੋਪਰਟੀਆਂ ਬਾਰੇ ਪੜ੍ਹਨਾ ਵੀ ਕਿੱਥੇ ਕਿੱਥੇ ਯੂਜ਼ ਹੁੰਦਾ, ਕਾਹਦੇ ਵਾਸਤੇ ਹੁੰਦਾ, ਕੀ ਕੀ ਇਹਦੀਆਂ ਫਾਇਦੇ ਨੇ ਆਪਾਂ ਨੂੰ, ਕੀ ਕੀ ਐਡਵਾਂਟੇਜ ਨੇ, ਕੀ ਕੀ ਡਿਸਐਡਵਾਂਟੇਜ। ਹੁਣ ਜਿਹੜਾ ਇਸ ਤੋਂ ਬਾਅਦ ਆਪਾਂ ਨੂੰ ਪਤਾ ਹੁਣ ਜਿਹਦਾ ਰੈਕਟੀਫਾਇਰਸ ਕੀ ਨੇ। ਕਹਿੰਦਾ ਜਿੰਨੀ ਵੀ ਆਪਾਂ ਘਰਾਂ ਦੇ ਵਿੱਚ ਜਿਵੇਂ ਮੋਬਾਈਲ ਚਾਰਜਰ ਨੇ ਜਾਂ ਲੈਪਟਾਪ ਚਾਰਜਰ ਆ, LCD ਆ ਜਾਂ ਹੋਰ ਚੀਜ਼ਾਂ ਨੇ, ਜਿੰਨੇ ਵੀ ਡਿਜੀਟਲ ਸਰਕਟ ਨੇ, ਜਿਹੜੇ ਡਿਜੀਟਲ ਚੀਜ਼ਾਂ ਨੇ ਮੋਬਾਈਲ ਦੇ ਇਲਾਵਾ, ਸਰੀ ਡਿਜੀਟਲ ਜਿਹਦੇ ਵਿੱਚ ਇਲੈਕਟ੍ਰੋਨਿਕ ਚੀਜ਼ਾਂ ਯਾਨੀ ਸਮਾਲ ਬੈਟਰੀ ਹੋ ਗਈ, ਕੁਛ ਵੀ ਹੋ ਗਿਆ, ਉਹ ਸਾਰੀ ਚੀਜ਼ਾਂ DC 'ਤੇ ਵਰਕ ਕਰਦੀਆਂ ਨੇ। ਤਾਂ ਆਪਣੇ ਘਰਾਂ ਵਿੱਚ AC ਆ ਰਹੀ ਹੈ, ਇਸ ਕਰਕੇ ਆਪਾਂ AC ਨੂੰ DC 'ਚ ਕਨਵਰਟ ਕਰਨ ਲਈ ਰੈਕਟੀਫਾਇਰ ਯੂਜ਼ ਕਰਦੇ ਹਾਂ। ਜਿਵੇਂ ਇੱਕ ਆਪਾਂ ਮੋਬਾਈਲ ਦੀ ਬੈਟਰੀ ਚਾਰਜ ਕਰਨੀ ਆ, ਆਪਣੀ ਇਨਵਰਟਰ ਦੀ ਬੈਟਰੀ ਚਾਰਜ ਕਰਨੀ ਆ, ਤਾਂ ਆਪਾਂ AC ਜਿਹੜੀ 220 ਵੋਲਟ ਆ ਉਹਨੂੰ ਆਪਾਂ ਪਹਿਲਾਂ 12 ਵੋਲਟ 'ਚ ਕਨਵਰਟ ਕਰਦੇ ਹਾਂ। 12 ਵੋਲਟ ਜਿਹੜੀ AC ਆ ਗਈ ਉਹਨੂੰ ਆਪਾਂ ਬੈਟਰੀ ਚਾਰਜ ਕਰਦੇ ਹਾਂ। ਉਹ 12 ਵੋਲਟ ਨੂੰ ਆਪਾਂ DC 'ਚ ਕਨਵਰਟ ਕਰਨਾ ਹੁੰਦਾ। ਉਹ ਰੈਕਟੀਫਾਇਰ ਉੱਥੇ ਕੰਮ ਕਰਦੇ ਨੇ ਜਦੋਂ ਆਪਾਂ AC ਨੂੰ DC 'ਚ ਕਨਵਰਟ ਕਰਨਾ ਹੋਵੇ। ਜਿਹੜਾ AC ਹੈ ਉਹ ਮੈਂ ਤੁਹਾਨੂੰ ਦੱਸਿਆ ਸੀਗਾ, 1 ਮਿੰਟ ਹੋਲਡ ਕਰਿਓ, ਮੈਂ ਮਾਰਕਰ ਲਾਉਣਾ ਭੁੱਲ ਗਿਆ। ਜਿਹੜੀ AC ਹੈ ਉਹਦਾ ਜਿਹੜੇ ਵੇਵ ਫਾਰਮ ਹੁੰਦੀ ਇਸ ਤਰ੍ਹਾਂ ਹੁੰਦੀ ਹੈ। ਆ AC ਹੈ ਵਿਦ ਰਿਸਪੈਕਟ ਟੂ ਟਾਈਮ, ਉਹਦੇ ਪੋਜੀਸ਼ਨ ਜਿਹੜੀ ਵੋਲਟੇਜ ਆ ਚੇਂਜ ਕਰਦੀ ਹੈ। ਆ AC ਹੈ। ਜਿਹੜੀ DC ਹੁੰਦੀ ਹੈ ਉਹ ਕੀ ਹੈ, ਵਿਦ ਰਿਸਪੈਕਟ ਟੂ ਟਾਈਮ ਕੀ ਕਾਂਸਟੈਂਟ ਰਹਿੰਦੀ ਹੈ। ਮੰਨ ਲਓ 6 ਵੋਲਟ ਆ ਤਾਂ 6 ਵੋਲਟ ਹੀ ਰਹੂ। ਆ 6 ਵੋਲਟ ਹੈ, ਮੰਨ ਲਓ ਇੱਥੋਂ ਤੱਕ 6 ਵੋਲਟ ਹੈ, ਆ ਵੀ 6 ਵੋਲਟ ਹੈ AC। ਪਰ AC 6 ਵੋਲਟ ਕੀ ਹੈ, ਪਹਿਲਾਂ 1 2 3 4 5 6 ਤੱਕ ਜਾਊਗੀ, ਫਿਰ 6 4 3 2 1 0, ਫਿਰ -1 -2 -3 -3 4 -6 ਤੱਕ ਜਾਊ। ਇਹਦਾ ਮਤਲਬ ਚੇਂਜ ਕਰਦੀ ਵਿਦ ਰਿਸਪੈਕਟ ਟੂ ਟਾਈਮ। ਪਰ ਆ ਕੀ ਹੈ, ਹਮੇਸ਼ਾ ਪੋਜ਼ਿਟਿਵ ਹੀ ਰਹਿੰਦੀ ਹੈ, ਇਹ ਚੇਂਜ ਨਹੀਂ ਕਰਦੀ। ਠੀਕ ਹੈ, ਇਸ ਕਰਕੇ ਆਪਾਂ ਇਹਨੂੰ ਕਹਿੰਦੇ DC, ਇਹਨੂੰ ਕਹਿੰਦੇ AC। ਇਹਨੇ AC ਨੂੰ DC 'ਚ ਕਨਵਰਟ ਕਰਨੀ ਆਪਾਂ ਰੈਕਟੀਫਾਇਰ ਯੂਜ਼ ਕਰਦੇ ਹਾਂ। ਇਹਦੇ ਜਿਹੜਾ ਰੈਕਟੀਫਾਇਰ ਨਹੀਂ ਕਰਨਾ, ਜਿਹੜਾ ਨੈਗੇਟਿਵ ਪੋਰਸ਼ਨ ਆ ਉਹਨੂੰ ਚੇਂਜ ਕਰਨਾ, ਉਹਨੂੰ ਹੀ ਪੋਜ਼ਿਟਿਵ ਲਿਆਉਣਾ ਐਸ ਵਰਡ ਕਰ। ਠੀਕ ਹੈ, ਹੁਣ ਇਹ ਜਿਹੜੀ ਜਿਹੜਾ ਨੈਗੇਟਿਵ ਸਿਗਨਲ ਉਹ ਤਾਂ ਡਿਸਅਪੀਅਰ ਹੋ ਗਿਆ, ਪਰ ਇਹ ਜਿਹੜੀ ਇਹ AC ਹੈ ਇਹ ਫਲਕਚੁਏਟ AC ਹੈ, ਪਿਓਰ DC ਨਹੀਂ ਹੈਗੀ ਨਾ, ਸੌਰੀ ਪਿਓਰ DC ਨਹੀਂ ਹੈਗੀ। AC ਦੀ ਗੱਲ ਨਹੀਂ ਕਰਦੇ, ਇਹ ਫਲਕਚੁਏਟਿੰਗ DC ਹੈ। ਮਤਲਬ ਕਿ ਇਹ DC ਦੀ ਵੈਲਿਊ ਕੀ ਹੈ, ਨੈਗੇਟਿਵ ਸਰਕਲ ਦਾ ਕੰਪਲੀਟ ਐਲੀਮੈਂਟ ਹੋ ਗਿਆ, ਪਰ ਇਹ ਕੀ ਹੈ, ਵੇਰੀ ਕਰਦੀ ਹੈ। ਠੀਕ ਹੈ, ਫਲਕਚੁਏਟ ਕਰਦੀ ਹੈ। ਇਸ ਕਰਕੇ ਇਹਨੂੰ ਆਪਾਂ ਫਿਰ ਜਦੋਂ ਪਿਓਰ DC 'ਚ ਕਨਵਰਟ ਕਰਨਾ ਤਾਂ ਆਪਾਂ ਨੂੰ ਫਿਲਟਰ ਸਰਕਟ ਦੀ ਲੋੜ ਪੈਂਦੀ ਹੈ। AC ਨੂੰ DC 'ਚ ਕਨਵਰਟ ਕਰਨ ਲਈ ਆਪਾਂ ਰੈਕਟੀਫਾਇਰ ਯੂਜ਼ ਕਰਦੇ ਹਾਂ। ਅਤੇ ਆਪਣੇ ਜਿਹੜੀ ਫਲਕਚੁਏਟ DC ਹੈ, ਇੰਪਿਓਰਟੀ ਹੈ DC ਦੇ ਵਿੱਚ, ਉਹਨੂੰ ਆਪਾਂ ਪਿਓਰ DC 'ਚ ਕਨਵਰਟ ਕਰਨੀ ਆਪਾਂ ਫਿਲਟਰ ਸਰਕਲ ਯੂਜ਼ ਕਰਦੇ ਹਾਂ। ਇਹ ਦੋ ਚੀਜ਼ਾਂ ਆਪਾਂ ਇਹ 'ਚ ਪੜ੍ਹਨੀਆਂ ਨੇ। ਪਹਿਲਾਂ ਆਪਾਂ ਰੈਕਟੀਫਾਇਰ ਬਾਰੇ ਪੜ੍ਹਾਂਗੇ ਪਹਿਲੇ ਪਾਰਟ 'ਚ, ਫਿਰ ਆਪਾਂ ਫਿਲਟਰ ਬਾਰੇ ਪੜ੍ਹਾਂਗੇ। ਹੁਣ ਆਪਾਂ ਅੱਗੇ ਚੱਲਦੇ ਹਾਂ, ਜਿਹਨਾਂ ਨੇ ਸਾਰਿਆਂ ਨੂੰ ਕੰਸੀਡਰ ਕਲੀਅਰ ਹੋਈ ਗਿਆ ਹੋਊਗਾ। ਠੀਕ ਹੈ, ਹੁਣ ਇਹਦੇ ਕੀ ਕਰਨਾ, ਦੇਖੋ ਜਦੋਂ ਡਾਇਓਡ ਹੈ, ਮੰਨ ਲਓ ਡਾਇਓਡ ਆਹ ਚੀਜ਼ ਹੁੰਦੀ ਹੈ, ਇਹ ਤਾਂ ਬਣਾਇਆ ਹੁੰਦਾ ਆਪਾਂ ਸਰਕਲ ਦੇ, ਆਹ P ਹੈ, ਇਹ N ਹੈ। ਜਦੋਂ ਮੈਂ ਇਹਨੂੰ AC ਸਿਗਨਲ ਨੂੰ ਦਊਂਗਾ ਤਾਂ ਉੱਪਰਲਾ ਸਿਰਾ ਪੋਜ਼ਿਟਿਵ ਆ ਗਿਆ, ਦੇਖੋ ਆ ਗਿਆ ਪੋਜ਼ਿਟਿਵ, ਆਹ P ਨਾਲ ਜੁੜ ਗਿਆ ਅਤੇ ਨੀਚਲਾ ਸਿਰਾ ਆਪਣੇ ਆਪ ਨੈਗੇਟਿਵ ਨਾਲ ਜੁੜ ਜਾਣਾ। ਇਹਦਾ ਮਤਲਬ ਆਹ ਪੋਜ਼ਿਟਿਵ ਤਾਂ ਕਿਤੇ ਯੂਨਿਟ ਹੋਊ। ਹੁਣ ਇਹ ਫਾਰਵਰਡ ਪਾਸ ਹੋ ਗਿਆ, ਇਹਦਾ ਮਤਲਬ ਆਪਣੇ ਕੋਲ ਆਊਟਪੁੱਟ ਕੀ ਆਣੀ ਹੈ, ਆਹ ਆਪਣੇ ਕੋਲ ਆਊਟਪੁੱਟ ਆ ਗਈ। ਹੁਣ ਜਦੋਂ ਆਹ ਨੀਚਲਾ ਸਰਕਲ ਆਇਆ, ਜਦੋਂ ਨੀਚਲਾ ਸਰਕਲ ਆਇਆ ਆਹ ਕੀ ਚੀਜ਼ ਹੋ ਗਈ, ਨੈਗੇਟਿਵ। ਹੁਣ ਇੱਥੇ ਨੈਗੇਟਿਵ ਵੋਲਟੇਜ ਆਉਣ ਲੱਗੀ, ਇੱਧਰ ਕੀ ਹੋ ਜੂਗੀ, ਆਪਣੇ ਆਪ ਪੋਜ਼ਿਟਿਵ ਹੋ ਜੂਗਾ। ਅਲਟਰਨੇਟਿਵ ਹੋਣਗੇ, ਜੇ ਇੱਧਰ ਨੈਗੇਟਿਵ ਤੇ ਇੱਧਰ ਪੋਜ਼ਿਟਿਵ ਹੋ ਜੂ। ਹੁਣ ਇਹ ਕੀ ਹੈ, P ਨੈਗੇਟਿਵ ਨਾਲ ਜੁੜ ਗਿਆ, N ਪੋਜ਼ਿਟਿਵ ਨਾਲ ਜੁੜ ਗਿਆ। ਇਹ ਕੀ ਰਿਵਰਸ ਬਾਇਸ ਹੈ, ਤਾਂ ਆਊਟਪੁੱਟ ਆਊਗੀ ਨਹੀਂ, ਕਿਉਂਕਿ ਇਹਨੇ ਕੰਡਕਟ ਨਹੀਂ ਕਰਨਾ ਹੈਗਾ, ਤਾਂ ਆਊਟਪੁੱਟ ਨਹੀਂ ਆਉਣਾ। ਅਗਲਾ ਹਾਫ ਸਾਈਕਲ ਫਿਰ ਆ ਗਿਆ ਆਪਣੇ ਕੋਲ। ਜਦੋਂ ਅਗਲਾ ਹਾਫ ਸਾਈਕਲ ਆਇਆ ਤਾਂ ਫਿਰ ਉੱਪਰ ਸਿਰਾ ਕੀ ਬਣ ਗਿਆ, ਪੋਜ਼ਿਟਿਵ ਬਣ ਗਿਆ। ਆਹ ਪੋਜ਼ਿਟਿਵ ਬਣ ਗਿਆ, ਆਹ ਨੈਗੇਟਿਵ ਹੋ ਗਿਆ, ਅਤੇ ਫਿਰ ਫਾਰਵਰਡ ਬਾਇਸ ਹੋ ਗਿਆ, ਇਹਨੇ ਕੰਡਕਟ ਕਰਤਾ। ਤਾਂ ਆਪਣੀ ਗੱਲ ਕੋ ਇਹਨਾਂ ਨੈਗੇਟਿਵ ਸਾਈਕਲ ਜਿਹੜਾ ਸਾਰਾ ਕੀ ਐਲੀਮੀਨੇਟ ਕਰਤਾ। ਇਹਨੂੰ ਆਪਾਂ ਕਹਿੰਦੇ ਹਾਫ ਵੇਵ ਰੈਕਟੀਫਾਇਰ, ਕਿਉਂਕਿ ਇਹ ਹਾਫ ਵੇਵ ਜਿਹੜੀ ਆ, ਆਹ ਫੁੱਲ ਵੇਵ ਸੀਗੀ, ਇਹਦਾ ਹਾਫ ਹੀ ਪੋਰਸ਼ਨ ਉਹਨੇ ਰੈਕਟੀਫਾਇਰ ਕੀਤਾ, ਪੂਰਾ ਨਹੀਂ ਕੀਤਾ। ਇਸ ਕਰਕੇ ਇਹਨੂੰ ਹਾਫ ਵੇਵ ਰੈਕਟੀਫਾਇਰ ਕਹਿੰਦੇ। ਇੱਦਾਂ ਜਿਹੜਾ
ਆ ਵੀ ਚੀਜ਼ ਉੱਪਰਲੇ ਪਾਸੇ ਲਿਆਊਗਾ, ਨੀਚੇ ਵਾਲੀ ਜਿਹੜੀ ਨੀਚੇ ਵਾਲੀ ਚੀਜ਼ ਹੈ ਜੀ ਉੱਪਰਲੇ ਪਾਸੇ ਲਿਆਊਗਾ, ਉਹਨੂੰ ਆਪਾਂ ਕਹਾਂਗੇ ਫੁੱਲ ਵੇਵ ਰੈਕਟੀਫਾਇਰ। ਹੁਣ ਆਪਾਂ ਇਹਨਾਂ ਬਾਰੇ ਪੜਾਂਗੇ ਆਪਾਂ ਕੰਪਲੀਟ। ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਡੈਫੀਨੇਸ਼ਨ ਹੈ ਜਿਹੜੀ ਆਪਾਂ ਉੱਧਰ ਆਨਲਾਈਨ ਡਿਸਕਸ ਕੀਤੀ ਸੀ। ਕਲਿੱਪਿੰਗ ਕੀ ਹੁੰਦੀ ਹੈ? ਕਲਿੱਪਿੰਗ ਕੀ ਹੈ? ਦਾ ਪ੍ਰੋਸੈਸ ਆਫ ਕਟਿੰਗ ਦਾ ਕਾਪਿੰਗ ਐਨੀ ਅਨਡਿਜ਼ਾਇਰਡ ਅਮਾਊਂਟ। ਜੇ ਮੰਨ ਲਓ ਕੋਈ ਆਪਾਂ ਨੂੰ ਕੋਈ ਅਨਡਿਜ਼ਾਇਰਡ ਅਮਾਊਂਟ ਆ, ਮਤਲਬ ਕੋਈ ਏਸੀ ਸਿਗਨਲ ਵਿੱਚ ਇੰਪਿਓਰਟੀਜ਼ ਐਡ ਹੋ ਰਹੀਆਂ ਨੇ, ਡਿਸਟੋਰਸ਼ਨ ਐਡ ਹੋ ਰਹੀ ਹੈ, ਉਹਨੂੰ ਆਪਾਂ ਰਿਮੂਵ ਕਰਨਾ। ਜਾਂ ਆਪਾਂ ਨੂੰ ਕੋਈ ਡਿਜ਼ਾਇਰ ਅਮਾਊਂਟ ਆ, ਮਤਲਬ 2 ਵੋਲਟ ਆਪਣੇ 10 ਵੋਲਟ ਆ, 10 ਵੋਲਟ ਤੋਂ ਉੱਪਰਲੀ 2 ਵੋਲਟ ਆਪਾਂ ਰਿਮੂਵ ਕਰਨੀ, 8 ਵੋਲਟ ਆਪਾਂ ਨੂੰ ਚਾਹੀਦੀ ਹੈ, ਤਾਂ ਉਹਦੇ ਲਈ ਆਪਾਂ ਕਲਿੱਪਿੰਗ ਯੂਜ਼ ਕਰਦੇ ਹਾਂ। ਉਹਦੇ ਲਈ ਵੀ ਜਿਹੜਾ ਆਪਣਾ ਡਾਇਡ ਆ ਉਹ ਯੂਜ਼ ਕਰਦੇ ਹਾਂ ਆਪਾਂ, ਪੀਐਨ ਜੰਕਸ਼ਨ ਡਾਇਡ ਕਲਿੱਪਿੰਗ ਐਲੀਮੈਂਟ ਲਈ। ਹੁਣ ਜਿਹੜੀ ਕਲਿੱਪਿੰਗ ਹੈ ਤਾਂ ਲਿਮਟਰ ਕੀ ਹੁੰਦੇ ਨੇ? ਮੰਨ ਲਓ ਆਪਾਂ ਏਸੀ ਸਿਗਨਲ ਦਿੱਤਾ, ਠੀਕ ਹੈ, ਸਕੇਅਰ ਵੇਵ ਦਿੱਤੀ, ਹੁਣ ਇਹਦੇ ਵਿੱਚ ਨੋਇਸ ਸੀਗੀ, ਆਪਾਂ ਨੋਇਸ ਨੂੰ ਖਤਮ ਕਰਨਾ, ਤਾਂ ਉਹਨੂੰ ਆਪਾਂ ਕਹਿੰਦੇ ਕਲਿੱਪਿੰਗ, ਕਲਿੱਪ ਕਰਨਾ। ਜਾਂ ਆਪਾਂ ਨੇ ਏਸੀ ਸਿਗਨਲ ਸੀਗਾ, ਆਪਾਂ ਨੂੰ ਇੰਨਾ ਦਿੱਤਾ, ਆਪਾਂ ਨੂੰ ਇੰਨੀ ਵੋਲਟੇਜ ਚਾਹੀਦੀ ਨਹੀਂ ਹੈਗੀ, ਦੇਖੋ ਇਹ ਮਤਲਬ ਇੰਨੀ ਵੋਲਟੇਜ ਆਪਾਂ ਨੂੰ ਉੱਪਰਲੀ ਚਾਹੀਦੀ ਨਹੀਂ, ਉੱਪਰਲੀ ਵੋਲਟੇਜ ਨਹੀਂ ਚਾਹੀਦੀ, ਤਾਂ ਆਪਾਂ ਨੂੰ ਕਲਿੱਪ ਕਰਕੇ ਕੀ ਕਰਾਂਗੇ, ਆਪਾਂ ਉੱਪਰਲੀ ਵੋਲਟੇਜ ਖਤਮ ਕਰ ਦਾਂਗੇ, ਤਾਂ ਆਪਣੇ ਕੋਲ ਖਾਲੀ ਆਹੀ ਵੇਵ ਆਊਗੀ ਆ ਵਾਲੀ, ਠੀਕ ਹੈ, ਉਹਨੂੰ ਆਪਾਂ ਕਹਿੰਦੇ ਹਾਂ ਕਲਿੱਪਰ, ਠੀਕ ਹੈ। ਹੁਣ ਇਹਨੂੰ ਆਪਾਂ ਕਿਵੇਂ ਯੂਜ਼ ਕਰਦੇ ਹਾਂ ਇਹ ਆਪਾਂ ਅੱਗੇ ਪੜਾਂਗੇ। ਦੇਖੋ ਅੱਗੇ ਇਹ ਮੈਂ ਤੁਹਾਨੂੰ ਉੱਧਰ ਵੀ ਦੱਸਿਆ ਸੀਗਾ, ਇੱਕ ਤਾਂ ਅਨਬਾਇਸ ਕਲਿੱਪਰ ਹੁੰਦੇ ਨੇ, ਠੀਕ ਹੈ। ਕਲਿੱਪਰ 3 ਤਰ੍ਹਾਂ ਦੇ ਹੁੰਦੇ ਨੇ, ਇੱਕ ਅਨਬਾਇਸ, ਇੱਕ ਬਾਇਸ ਕਲਿੱਪਰ, ਇੱਕ ਕੰਬੀਨੇਸ਼ਨ ਕਲਿੱਪਰ। ਅਨਬਾਇਸ ਕਲਿੱਪਰ ਉਹ ਨੇ ਜਿਨ੍ਹਾਂ ਨੂੰ ਆਪਾਂ ਬਾਇਸਿੰਗ ਨਹੀਂ ਕਰਦੇ ਹੈਗੇ, ਕੋਈ ਆਪਾਂ ਪੋਜ਼ਿਟਿਵ ਬੈਟਰੀ ਨਹੀਂ ਲਾਉਂਦੇ, ਕੋਈ ਨੈਗੇਟਿਵ ਬੈਟਰੀ ਨਹੀਂ ਲਾਉਂਦੇ, ਸਿਰਫ ਆਪਾਂ ਉਹਨੂੰ ਏਸੀ ਸਿਗਨਲ ਦਿੱਤਾ, ਡਾਇਡ ਨੂੰ ਆਪਾਂ ਰਿਵਰਸ ਬਾਇਸ ਰੱਖ ਲਾ। ਹੁਣ ਜਦੋਂ ਏਸੀ ਸਿਗਨਲ ਦਿੱਤਾ, ਦੇਖੋ ਜਿੰਨੀ ਇਹਦੀ ਡਾਇਡ ਦੀ ਵੈਲਿਊ ਹੋਊਗੀ, ਠੀਕ ਹੈ, ਜਿੰਨੀ ਬ੍ਰੇਕਡਾਊਨ ਵੋਲਟੇਜ ਜਦ ਤੱਕ ਇਹ ਰਿਵਰਸ ਬਾਇਸ ਕੰਡਕਟ ਕਰਨਾ। ਹੁਣ ਦੇਖੋ ਜਦੋਂ ਆਪਾਂ ਇਨਪੁਟ ਦਿੱਤੀ ਆ, ਠੀਕ ਹੈ, ਤਾਂ ਇਹਨੇ ਕੀ ਕੀਤਾ, ਇਹਨਾਂ ਉੱਪਰਲਾ ਹਾਫ ਸਾਈਕਲ ਕਲਿੱਪ ਕਰਤਾ। ਦੇਖੋ ਕਿਉਂਕਿ ਜਦੋਂ ਆਪਾਂ ਉੱਪਰਲਾ ਦਿੱਤਾ ਤਾਂ ਇਹਨੇ ਕੰਡਕਟ ਕਰਨਾ, ਕਿਉਂਕਿ ਪੋਜ਼ਿਟਿਵ ਆ ਨੈਗੇਟਿਵ ਆ, ਤਾਂ ਪੋਜ਼ਿਟਿਵ ਨਾਲ ਜੁੜ ਗਿਆ, ਨੈਗੇਟਿਵ ਨਾਲ ਜੁੜ ਗਿਆ, ਤਾਂ ਇਹਨੇ ਕੰਡਕਟ ਕਰਨਾ ਸ਼ੁਰੂ ਕਰਤਾ, ਤਾਂ ਸਾਰੀ ਵੋਲਟੇਜ ਇੱਥੇ ਡ੍ਰੌਪ ਹੋ ਗਈ, ਆਊਟਪੁੱਟ ਵੋਲਟੇਜ 0 ਆ ਗਈ। ਇਹਨਾਂ ਨੂੰ ਆਊਟਪੁੱਟ ਹਿੱਸਾ ਨੇ ਕੀ ਹੈ, ਕਲਿੱਪ ਕਰਤਾ। ਇੱਦਾਂ ਹੀ ਜਦੋਂ ਨੈਗੇਟਿਵ ਹਾਫ ਸਾਈਕਲ ਆਇਆ, ਜਦੋਂ ਨੈਗੇਟਿਵ ਹਾਫ ਸਾਈਕਲ ਆਇਆ ਤਾਂ ਨੈਗੇਟਿਵ ਨਾਲ ਜੁੜ ਗਿਆ, ਆਹ ਪੀ ਸੀਗਾ, ਪੀ ਨੈਗੇਟਿਵ ਨਾਲ ਜੁੜ ਗਿਆ, ਅਤੇ ਜਿਹੜਾ ਐਨ ਸੀਗਾ ਉਹ ਪੋਜ਼ਿਟਿਵ ਨਾਲ ਜੁੜ ਗਿਆ। ਇਹਦਾ ਮਤਲਬ ਕੀ ਹੋ ਗਿਆ, ਰਿਵਰਸ ਬਾਇਸ। ਇਹਦੇ ਮਤਲਬ ਇਹਨੇ ਕੰਡਕਟ ਨਹੀਂ ਕੀਤਾ, ਤਾਂ ਜਿੰਨੀ ਵੋਲਟੇਜ ਆਈ ਉਹ ਸਾਰੀ ਆਊਟਪੁੱਟ ਵਿੱਚ ਚਲੀ ਗਈ, ਆ ਆਪਣੇ ਕੋਲ ਆਊਟਪੁੱਟ ਵੋਲਟੇਜ ਆ ਗਈ। ਹੁਣ ਦੇਖੋ ਇਹਦੇ 'ਚ ਕੀ ਕੀਤਾ ਇਹਨੇ, ਇਹਦੀ ਥੋੜੀ ਡਾਇਗਰਾਮ ਥੋੜੀ ਗਲਤ ਆ, ਆਹ ਚੀਜ਼ ਦਿਖਾਉਣੀ। ਦੇਖੋ ਜਿੱਥੇ ਪੋਜ਼ਿਟਿਵ ਸਰਕਲ ਆ ਉੱਥੇ ਆਪਾਂ ਐਲੀਮੀਨੇਟ ਕਰਨਾ ਉਹਨਾਂ ਜਗ੍ਹਾ, ਜਿੱਥੇ ਨੈਗੇਟਿਵ ਸਰਕਲ ਆ ਉੱਥੇ ਹੀ ਦਿਖਾਉਣਾ। ਆਹ ਦੇਖੋ ਇਹਨੇ ਜਿਵੇਂ ਨਾਲ ਜੁੜਤਾ, ਮੈਂ ਦੁਬਾਰਾ ਕਲੀਅਰ ਕਰ ਦੇਣਾ, ਆਹ ਜਿਵੇਂ ਨਾਲ ਜੁੜਤਾ। ਇੰਨੀ ਜਗ੍ਹਾ ਛੱਡਣੀ ਹੈ, ਇਹ ਇੰਨੀ ਜਗ੍ਹਾ ਆਹ ਵਾਲੀ, ਇੱਥੇ ਇੰਨੀ ਜਗ੍ਹਾ ਇੱਥੇ ਛੱਡਣੀ ਹੈ ਆਪਾਂ, ਇੱਥੇ ਆਊਗਾ ਨੈਗੇਟਿਵ ਹਾਫ ਸਰਕਲ, ਠੀਕ ਹੈ, ਤਾਂ ਕਿ ਇਹਨੇ ਪੋਜ਼ਿਟਿਵ ਹਾਫ ਸਰਕਲ ਨੂੰ ਵੀ ਐਲੀਮੀਨੇਟ ਕਰਤਾ। ਕਿਵੇਂ ਕੀਤਾ ਇਹ ਤੁਹਾਨੂੰ ਮੈਂ ਦੱਸ ਦਿੱਤਾ। ਜਦੋਂ ਪੋਜ਼ਿਟਿਵ ਹਾਫ ਸਰਕਲ ਆਇਆ ਤਾਂ ਪੋਜ਼ਿਟਿਵ ਨਾਲ ਜੁੜ ਗਿਆ, ਆ ਪੀ ਆ ਹੁੰਦਾ, ਆ ਇੰਨਾ ਹੁੰਦਾ ਇਹਦਾ, ਆ ਪੀ ਨਾਲ ਜੁੜ ਗਿਆ ਤਾਂ ਨੈਗੇਟਿਵ ਨਾਲ ਜੁੜ ਗਿਆ, ਤਾਂ ਇਹ ਕੰਡਕਟ ਕਰਨਾ ਸ਼ੁਰੂ ਕਰ। ਜੋ ਕੰਡਕਟ ਕਰੂੰਗਾ ਤਾਂ ਵੋਲਟੇਜ ਇੱਥੇ ਡ੍ਰੌਪ ਹੋਊਗੀ, ਤਾਂ ਆਊਟਪੁੱਟ ਆਉਣੀ ਨਹੀਂ ਹੈਗੀ। ਜਦੋਂ ਇਹ ਰਿਵਰਸ, ਜਦੋਂ ਆਪਾਂ ਨੈਗੇਟਿਵ ਹਾਫ ਸਰਕਲ ਆਇਆ ਤਾਂ ਨੈਗੇਟਿਵ ਨਾਲ ਜੁੜ ਗਿਆ, ਉੱਪਰਲਾ ਹਿੱਸਾ ਨੀਚਲਾ ਆਪਣੇ ਪੋਜ਼ਿਟਿਵ ਬਣ ਗਿਆ, ਤਾਂ ਇਹ ਕੀ ਰਿਵਰਸ ਬਾਇਸ ਹੋ ਗਿਆ, ਤਾਂ ਇਹਨੇ ਕੰਡਕਟ ਨਹੀਂ ਕੀਤਾ, ਤਾਂ ਜਿੰਨੀ ਵੋਲਟੇਜ ਸਾਰੀ ਕੀ ਬਾਹਰ ਪਾਸ ਹੋ ਗਈ ਆਪ ਨੂੰ ਆ ਗਈ। ਇਹਨੂੰ ਆਪਾਂ ਕਹਿੰਦੇ ਪੋਜ਼ਿਟਿਵ ਕਲਿੱਪਰ, ਕਿਉਂਕਿ ਇਹਨੇ ਪੋਜ਼ਿਟਿਵ ਜਿਹੜਾ ਹਾਫ ਸਾਈਕਲ ਆ ਉਹ ਕਦੇ ਕਲਿੱਪ ਕਰਤਾ। ਇੱਦਾਂ ਹੀ ਹੁੰਦਾ ਇੱਕ ਨੈਗੇਟਿਵ ਕਲਿੱਪਰ। ਨੈਗੇਟਿਵ ਦੇ ਵਿੱਚ ਕੀ ਹੈ, ਆਪਾਂ ਡਾਇਡ ਨੂੰ ਉਲਟ ਡਾਇਰੈਕਸ਼ਨ 'ਚ ਲਾਉਣਾ। ਦੇਖੋ ਪਹਿਲਾਂ ਨੀਚੇ ਨੂੰ ਲਾਇਆ ਸੀ, ਹੁਣ ਆਪਾਂ ਉੱਪਰ ਨੂੰ ਲਾਉਣਾ। ਤਾਂ ਇਹਨੇ ਕੀ ਕਰਨਾ, ਜਦੋਂ ਪਹਿਲਾਂ ਪੋਜ਼ਿਟਿਵ ਹਾਫ ਸਰਕਲ ਆਇਆ ਤਾਂ ਐਨ ਸੀਗਾ, ਆਹ ਪੀ ਸੀਗਾ, ਇਹ ਕੀ ਜੁੜ ਗਿਆ, ਐਨ ਪੋਜ਼ਿਟਿਵ ਨਾਲ ਜੁੜ ਗਿਆ, ਇਹਦਾ ਮਤਲਬ ਰਿਵਰਸ ਬਾਇਸ ਹੋ ਗਿਆ। ਰਿਵਰਸ ਬਾਇਸ ਇਹਨੇ ਕੰਡਕਟ ਨਹੀਂ ਕਰਨਾ, ਤਾਂ ਸਾਰੀ ਵੋਲਟੇਜ ਕਿੱਥੇ ਆ ਗਈ, ਬਾਹਰ ਆਊਟਪੁੱਟ ਦੇ ਵਿੱਚ ਆ ਗਈ। ਜਦੋਂ ਨੈਗੇਟਿਵ ਹਾਫ ਸਰਕਲ ਆਇਆ ਤਾਂ ਕੀ ਹੋਇਆ, ਨੈਗੇਟਿਵ ਹਾਫ ਸਰਕਲ ਦੇ ਵਿੱਚ ਇਹ ਨੈਗੇਟਿਵ ਨਾਲ ਜੁੜ ਗਿਆ, ਪੋਜ਼ਿਟਿਵ ਨਾਲ ਜੁੜ ਗਿਆ, ਠੀਕ ਹੈ, ਤਾਂ ਇਹਨੇ ਕੰਡਕਟ ਕਰਨਾ ਸ਼ੁਰੂ ਕਰਤਾ। ਕੰਡਕਟ ਕਰਨ ਦੇ ਨਾਲ ਕੀ ਇੱਥੇ ਵੋਲਟੇਜ ਡ੍ਰੌਪ ਹੋ ਗਈ, ਠੀਕ ਹੈ। ਇਸ ਕਰਕੇ ਕੀ ਹੈ, ਵੋਲਟੇਜ ਡ੍ਰੌਪ ਕਰਨਾ, ਕੰਡਕਟ ਕਰਨਾ ਸ਼ੁਰੂ, ਜਿਹੜੀ ਆਊਟਪੁੱਟ ਵੋਲਟੇਜ ਆਈ ਨਹੀਂ ਹੈਗੀ, ਤਾਂ ਆਪਣੇ ਕੋਲ ਨੈਗੇਟਿਵ ਹਾਫ ਸਰਕਲ ਆਊਟਪੁੱਟ ਵੋਲਟੇਜ ਆਈ ਨਹੀਂ, ਤਾਂ ਇਹਨੇ ਨੈਗੇਟਿਵ ਹਾਫ ਜਿਹੜਾ ਸਰਕਲ ਸੀਗਾ ਉਹਨੇ ਐਲੀਮੀਨੇਟ ਕਰਤਾ। ਇਹਨੂੰ ਆਪਾਂ ਕਹਿੰਦੇ ਨੈਗੇਟਿਵ ਕਲਿੱਪਰ, ਠੀਕ ਹੈ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ, ਬਾਇਸ ਕਲਿੱਪਰ ਹੁੰਦਾ। ਬਾਇਸ ਕਲਿੱਪਰ ਦੇ ਵਿੱਚ ਕੀ ਹੈ, ਆਪਾਂ ਨੂੰ ਬਾਇਸਿੰਗ ਕਰਦੇ ਹਾਂ, ਉਹ ਚੀਜ਼ ਉਹਦੇ ਵਿੱਚ ਕੀ ਹੈ ਵੀ ਜਿੰਨੀ ਆਪਾਂ ਨੂੰ ਅਮਾਊਂਟ ਚਾਹੀਦੀ ਹੈ। ਇਹਦੇ 'ਚ ਦੇਖੋ ਇਹਨੇ ਪੋਜ਼ਿਟਿਵ ਹਾਫ ਸਰਕਲ ਸਾਰੇ ਐਲੀਮੀਨੇਟ ਕਰਤਾ, ਜਾਂ ਨੈਗੇਟਿਵ ਹਾਫ ਸਰਕਲ ਜਿਹੜਾ ਸੀਗਾ ਸਾਰਾ ਐਲੀਮੀਨੇਟ ਕਰਤਾ, ਖਤਮ ਕਰਤਾ, ਥੋੜ੍ਹਾ ਜਿਹਾ ਨਹੀਂ ਰੱਖਿਆ। ਪਰ ਹੁਣ ਜਿਹੜਾ ਬਾਇਸ ਕਲਿੱਪਰ ਇਸ ਤਰ੍ਹਾਂ ਦਾ ਕਲਿੱਪਰ ਹੋਊਗਾ ਜਿਹਦੇ ਵਿੱਚ ਆਪਾਂ ਜਿੰਨੀ ਅਮਾਊਂਟ ਆਪਾਂ ਨੂੰ ਚਾਹੀਦੀ ਹੈ ਆਪਾਂ ਉਨੀ ਰੱਖ ਸਕਦੇ ਹਾਂ, ਬਾਕੀ ਆਪਾਂ ਕੱਟ ਕਰ ਸਕਦੇ ਹਾਂ। ਹੁਣ ਦੇਖੋ ਪੋਜ਼ਿਟਿਵ ਕਲਿੱਪਰ, ਉਹ 'ਚ ਪੋਜ਼ਿਟਿਵ ਕਲਿੱਪਰ ਦੀ ਗੱਲ ਕਰਦੇ ਹਾਂ ਤਾਂ ਦੇਖੋ ਆ ਆਪਾਂ ਇਨਪੁਟ ਵੋਲਟੇਜ ਦਿੱਤੀ, ਆਪਾਂ ਡਾਇਡ ਲਾਤਾ। ਧਿਆਨ ਨਾਲ ਦੇਖੋ ਡਾਇਗਰਾਮ ਦਾ ਕਿਵੇਂ ਸਮਝਦੇ ਆ। ਇਨਪੁਟ ਵੋਲਟੇਜ ਦੇਤੀ, ਆਪ ਰੈਜ਼ਿਸਟੈਂਸ ਲਾਤੀ, ਸਿੱਧੀ ਰੈਜ਼ਿਸਟੈਂਸ ਉੱਦਾਂ ਹੀ, ਆਪਾਂ ਡਾਇਡ ਲਾਤਾ ਉੱਦਾਂ ਹੀ ਜਿਵੇਂ ਪਹਿਲੇ 'ਚ ਲਾਇਆ ਸੀਗਾ, ਬਸ ਸਿਰਫ ਇੱਥੇ ਬੈਟਰੀ ਲਾਉਣੀ ਹੈ। ਇਹ ਬੈਟਰੀ ਇਸ ਤਰ੍ਹਾਂ ਲਾਉਣੀ ਹੈ ਵੀ ਡਾਇਡ ਜਿਹੜਾ ਰਿਵਰਸ ਬਾਇਸ 'ਚ ਰਿਹਾ। ਦੇਖੋ ਇਹਦਾ ਪੀ ਆ, ਆਪਣਾ ਐਨ ਆ,
ਇਹਦਾ ਮਤਲਬ ਆ ਪੋਜ਼ਿਟਿਵ ਆ ਨੈਗੇਟਿਵ ਆ। ਇਹਦਾ ਮੈਂ ਨੈਗੇਟਿਵ ਨੂੰ ਆਪਾਂ ਪੋਜ਼ਿਟਿਵ ਨਾਲ ਜੋੜਤਾ ਬੈਟਰੀ ਨੂੰ। ਹੁਣ ਮੰਨ ਲਓ ਸਪੋਜ਼ ਕਰ ਲਓ ਮੈਂ ਇੱਥੇ ਲਿਖ ਲਿਆ ਬੁੱਕ 'ਚ ਥੋੜ੍ਹਾ ਲਿਖਿਆ ਮੈਂ 6 ਵੋਲਟ ਦੀ ਬੈਟਰੀ ਲਾਈ ਹੈ। ਇਹਦਾ ਮਤਲਬ ਕੀ ਹੋਇਆ, ਜਿਹੜੀ ਆਊਟਪੁੱਟ ਆ ਉਹ 6 ਵੋਲਟ ਤੱਕ ਹੋਊ। ਜਿਹੜੀ 6 ਵੋਲਟ ਤੋਂ ਵੱਧ ਵੋਲਟੇਜ ਦੇਵਾਂਗੇ ਉਹ ਕੱਟ ਕਰ ਦੇਣੀ ਹੈ। ਮੰਨ ਲਓ ਇਹ 10 ਵੋਲਟ ਆ ਆਪਣੀ ਆਹ ਵਾਲੀ ਵੋਲਟ ਜਿਹੜੀ ਹੈ 10 ਵੋਲਟ ਦੇ ਦਿੱਤੀ, ਤਾਂ ਕੀ ਹੋਊਗਾ ਜਦੋਂ ਆਪਾਂ ਇਨਪੁੱਟ ਵੋਲਟੇਜ ਵਧੀ 1 ਵੋਲਟ ਗਈ, ਇਹਨੇ ਕੰਡਕਟ ਨਹੀਂ ਕੀਤਾ ਕਿਉਂਕਿ ਰਿਵਰਸ ਦੇ ਵਿੱਚ ਹੈ। ਇਹ ਸਿੱਧੀ 1 ਤੇ 1 ਤੇ ਪਹੁੰਚ ਗਈ, 2 ਤੇ 2 ਪਹੁੰਚ ਗਈ, 3 ਤੇ 3 ਪਹੁੰਚ ਜੂਗੀ, 5 6 ਤੱਕ ਜਿੰਨੀ ਇਨਪੁੱਟ ਦੇ ਜਾਵਾਂਗੇ ਉਨੀ ਆਊਟਪੁੱਟ ਜਾਊਗੀ। ਹੁਣ ਇੱਕ ਚੀਜ਼ ਆ ਚੰਗੀ ਤਰ੍ਹਾਂ ਸਮਝਣੇ ਵਾਲੀ ਹੈ ਵੀ ਇਹ ਹੁਣ ਫਾਰਵਰਡ ਕਿਵੇਂ ਹੋਊਗਾ, ਇਹ ਰਿਵਰਸ ਬਾਇਸ ਚੀਜ਼ ਹੁਣ ਫਾਰਵਰਡ ਕਿਵੇਂ ਹੋਊਗਾ। ਜਦੋਂ ਮੈਨੂੰ 6 ਤੋਂ 7 ਵੋਲਟ ਦਿੱਤੀ, ਹੁਣ ਜਦੋਂ ਇੱਥੇ ਮੈਂ 7 ਵੋਲਟ ਜਾਊਗੀ ਆਹ ਕਿੰਨੀ ਸੀ 6। ਆਪਾਂ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਨੈਗੇਟਿਵ ਵੋਲਟੇਜ ਕਹਿੰਦੇ ਆ, ਉਹ ਕਿਹਦੇ ਕਰਕੇ ਹੁੰਦਾ ਡਿਫਰੈਂਸ ਕਰਕੇ। ਹੁਣ ਪੋਟੈਂਸ਼ੀਅਲ ਡਿਫਰੈਂਸ ਹੋ ਗਿਆ, ਨੀਚੇ ਵੋਲਟੇਜ ਘਟ ਗਈ ਉੱਪਰ ਵੱਧ ਗਈ, ਇਹ ਕੀ ਹੋ ਗਿਆ ਫਾਰਵਰਡ ਬਾਇਸ। ਇੱਕ ਪਾਸੇ ਦਾ 7 ਵੋਲਟ ਹੈ, ਇੱਕ ਪਾਸੇ 6 ਵੋਲਟ ਹੈ, ਤਾਂ ਫਾਰਵਰਡ ਬਾਇਸ ਹੋ ਗਿਆ। ਤਾਂ ਇਹ ਕਿੰਨਾ ਫਾਰਵਰਡ ਬਾਇਸ ਹੋਇਆ 1 ਵੋਲਟ। ਤਾਂ 1 ਵੋਲਟ ਕਿੱਥੇ ਡ੍ਰੌਪ ਹੋਈ ਇੱਥੇ, ਤਾਂ ਆਊਟਪੁੱਟ ਕਿੰਨੀ ਆ ਗਈ ਆਪਣੇ ਕੋਲ 6 ਵੋਲਟ। ਤਾਂ ਆਪਣੇ ਕੋਲ 6 ਹੀ ਆਈ ਜਾਣੀ ਹੈ, ਚਾਹੇ ਇਨਪੁੱਟ 8 ਹੋਵੇ ਚਾਹੇ 10 ਹੋਵੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਵੋਲਟੇਜ ਘਟ ਗਈ ਇਹ ਫਿਰ ਰਿਵਰਸ ਬਾਇਸ ਹੋ ਗਿਆ। ਜਦੋਂ 6 ਤੋਂ ਵੋਲਟੇਜ ਘਟੂਗੀ ਤਾਂ ਰਿਵਰਸ ਬਾਇਸ ਦਾ ਤਾਂ ਸਾਰੀ ਆਊਟਪੁੱਟ 6 ਆ ਗਈ ਯਾਰ, ਉੱਪਰਲਾ ਚੀਜ਼ ਲਿਮਿਟ ਹੋ ਗਈ, ਠੀਕ ਹੈ। ਇਹਨੂੰ ਕਹਿੰਦੇ ਆਪਾਂ ਪੋਜ਼ਿਟਿਵ ਕਲਿੱਪਰ। ਹੁਣ ਇਸੇ ਤਰ੍ਹਾਂ ਨੈਗੇਟਿਵ ਕਲਿੱਪਰ ਸਰਕਟ ਡਾਇਗਰਾਮ ਆ ਡਾਇਓਡ ਟਰਨ, ਠੀਕ ਹੈ। ਡਾਇਓਡ ਆ ਕੇ ਜਿਵੇਂ ਪਹਿਲਾਂ ਬਣਾਇਆ ਆਪਣੇ ਉਦਾਂ ਹੀ ਆਪਾਂ ਨੇ ਇਹਦੇ ਵਿੱਚ ਮੇਰੇ ਬੈਕ ਸਾਈਡ ਬਣੀ ਹੋਈ ਹੈ। ਮੈਂ ਤੁਹਾਨੂੰ ਦੁਬਾਰਾ ਉੱਪਰ ਕਰਕੇ ਦਿਖਾਉਂਦਾ, 1 ਮਿੰਟ ਹੋਲਡ ਕਰਿਓ। हाँ जी, मैं डायग्राम बनाई हुई है नैगेटिव कलिपर की। सिर्फ डायोड आप उल्टा के लाता, इधरों बैटरी भी उल्टाती, बाकी सारा कुछ होता है। हुण की होगा ये जो नैगेटिव वोल्टेज आऊगी, देखो ये हुण देखो नैगेटिव वोल्ट के इन्हें कंडक्ट ही नहीं करना क्योंकि नैगेटिव वोल्टेज है, आ पॉजिटिव है, आ नैगेटिव है। यदा मतलब आ नैगेटिव है, पी में नैगेटिव में जोड़ता, इनू पॉजिटिव में जोड़ता, तो उल्टा रिवर्स बैच ये हमेशा रिवर्स ही रहूगा नैगेटिव के। नैगेटिव इन्हें लिमिनेट नहीं करना। हुण जो आप डायोड लावांगे एसोड करके तो हूँ नैगेटिव जे कंडक्ट करूँगा, नैगेटिव करों कंडक्ट करूँगा जो 6 वोल्ट उपर होगी, मैंने 7 वोल्ट होगी तो इन्हें कंडक्ट करना शुरू कर देना क्योंकि फॉरवर्ड बायस जो है जो जिन्नी वोल्टेज बढ़ूगी 1 वोल्ट फॉरवर्ड आए तो इतने ड्रॉप होगी, बाकी वोल्टेज आ जाएगी, तो अपने को नैगेटिव क्लिपर का बन जूगा इदा। आज ने हूँ नैगेटिव क्लिपर हो गया। हूँ जो कंबीनेशन बनाना दोनों तो दोनों सर्किट कंबाइन कर देने। देखो आ जो डायोड इतना चक के अपने जो डायोड इदा ही चक के सारे आ डिटो कापी इतने ला देना पूरे, ठीक है। ये थोड़ी डायग्राम जी गलत बनाई हुई है, वो ध्यान चेक कर लियो। मैं थोड़ा दोबारा दिखाना, आ देखो नीचे मैं अलग बनाई है, ये दोनों डायड सेम लाते, ठीक है। एक डायड इधर लगना, एक डायड इधर लगना, तो बैटरी भी पॉजिटिव होनी। हुण ये हो गया कंबीनेशन क्लिपर हो गया। कंबीनेशन क्लिपर मतलब कि दोनों पॉजिटिव सर्कल भी कंप्लीट यह चकूगा तो नैगेटिव चकूगा। आ देखो पॉजिटिव नैगेटिव चकता, मान लो 6 वोल्ट की बैटरी 6 वोल्ट तक आऊँ, 7 वोल्ट खत्म होनी, 8 भी खत्म होनी, 9 जिनी मर्जी दे दे वो सारी उपर भी चक दूगा, ठीक है। इनमें आप ये मतलब की है ਇਹਨੂੰ ਆਪਾਂ ਐਡਜਸਟ ਕਰ ਸਕਦੇ ਹਾਂ। ਐਡਜਸਟ ਮਤਲਬ ਬਾਇਸ ਕਰ ਸਕਦੇ ਹਾਂ ਜਿੰਨੀ ਵੋਲਟੇਜ ਆਪਾਂ ਨੂੰ ਚਾਹੀਦੀ ਹੈ। ਮੰਨ ਲਓ ਆਪਾਂ ਨੂੰ 8 ਵੋਲਟ ਚਾਹੀਦਾ, ਆਪਾਂ ਬੈਟਰੀ ਜਿਹੜੀ ਹੈ ਆਪਾਂ ਜਿਹੜੀ ਬੈਟਰੀ ਲਾਈ ਹੋਈ ਆ ਵਾਲੀ V1 ਤੇ V2 ਇਹ ਆਪਾਂ 8 ਵੋਲਟ ਦੀ ਲਾ ਦਾਂਗੇ, ਠੀਕ ਹੈ। ਜੇ ਆਪਾਂ 10 ਵੋਲਟ ਚਾਹੀਏ ਤਾਂ ਆਪਾਂ ਇਹਨੂੰ 10 ਵੋਲਟ ਦੀ ਬੈਟਰੀ ਲਾਂਗੇ। 1 ਮਿੰਟ ਹੋਲਡ ਕਰਿਓ, ਠੀਕ ਹੈ ਜੀ। ਇਹਨੂੰ ਆਪਾਂ ਕੰਬੀਨੇਸ਼ਨ ਕਲਿੱਪਰ ਕਹਿੰਦੇ ਆ। ਇਹਨੂੰ ਮੈਂ ਕਲੀਅਰ ਕਰ ਦਵਾਂ 1 ਮਿੰਟ। ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। हाँ जी, एक क्लिपर हो गया अपने को पॉजिटिव नैगेटिव। हूँ अपना है मेन जो टॉपिक है अपना रैक्टीफायर। हूँ रैक्टीफायर मैं तुम्हें पहले ही दसता सीगा भी रैक्टीफायर काहदे वास्ते यूज करते हैं, AC नूं DC कन्वर्ट करते। पर जी आप रैक्टीफायर तो AC नूं DC कन्वर्ट करते हैं वो की है नैगेटिव हाफ सर्कल जो होंगे AC का वो सारा पॉजिटिव बन जाता, तो सारी वोल्टेज पॉजिटिव आ जाती है। पर जी पॉजिटिव वोल्टेज आती है फ्लक्चुएट करती है, वो इस वक्त स्ट्रेट लाइन के नहीं होती, वो की करती है इस वक्त। देखो जो नैगेटिव वोल्ट वाली AC वोल्टेज वो की जानी है इस वक्त उपर तो नीचे माइनस के पिछले है, ठीक है। जी अपने को AC है आना अपने को रैक्टीफाई करके आनी वो आनी है इस तरह ये ऐ करके उपर ही नैगेटिव हाफ सर्कल चक्या गया। पर प्रॉब्लम कितने रहेगी, वो नैगेटिव हाफ सर्कल सीगा जी उपरले पासे वोल्टेज है वो घट रही है कदे बढ़ रही है, 0 हो रही है पर वो नैगेटिव नहीं जा रही। इसका मतलब AC तो खत्म होगी पर AC के नैगेटिव सर्कल भी होंगे तो पॉजिटिव सर्कल भी होंगे, पर हम सारे पॉजिटिव आने लगे। पर जी पॉजिटिव वोल्टेज DC वोल्टेज आई है वो फ्लक्चुएट करती है, वो प्योर DC नहीं हैगी। उन्होंने प्योर DC कन्वर्ट के लिए आप यूज़ करा अगे फिल्टर सर्किट, उन्होंने बारे पढ़ांगे आप। हम पहला आप करते हैं डायोड एज ए हाफ वेव रैक्टीफायर। हम आप हाफ वेव रैक्टीफायर की पहला गल करनी है। हाफ वेव रैक्टीफायर की पहले तो सर्किट डायग्राम ध्यान नाल देखनी है। सर्किट डायग्राम की कहती है, देखो
ਆ ਆਪਾਂ ਇੱਕ ਟਰਾਂਸਫਾਰਮਰ ਲਾਇਆ, ਇੱਧਰ ਆਪਾਂ 220 ਵੋਲਟ ਦਿੱਤੀ, ਮੰਨ ਲਓ ਇਹ 12 ਵੋਲਟ ਦਾ ਟਰਾਂਸਫਾਰਮਰ ਸੀ, ਇਹ ਤਾਂ ਇੱਧਰ ਆਪਣੇ ਕੋਲ 12 ਵੋਲਟ ਆ ਗਈ। ਇੱਕ ਪ੍ਰਾਇਮਰੀ ਕੋਇਲ ਹੁੰਦੀ ਹੈ, ਇੱਕ ਸੈਕੰਡਰੀ ਕੋਇਲ ਹੁੰਦੀ ਹੈ, ਠੀਕ ਹੈ। ਇਹਨੂੰ ਆਪਾਂ ਨੇ ਇੱਕ ਸਿਰੇ ਨੂੰ ਆਪਾਂ ਨੇ ਪੀ ਇੰਜੈਕਸ਼ਨ ਡਟ ਲਾਤਾ ਫਾਰਵਰਡ ਵਿੱਚ, ਠੀਕ ਹੈ। ਆਹ ਪੀ ਇੰਜੈਕਸ਼ਨ ਡਟ ਲਾਤਾ, ਇੱਥੋਂ ਆਪਾਂ ਆਪਣੀ ਲੋਡ ਰੈਜ਼ਿਸਟੈਂਸ ਲਾਤੀ, ਇਹ ਤੋਂ ਬਾਅਦ ਆਪਾਂ ਨੇ ਦੂਸਰੀ ਸਿਰੇ ਨੂੰ ਇੱਧਰ ਜੋੜਤਾ, ਆਪਾਂ ਲੋਡ ਰੈਜ਼ਿਸਟੈਂਸ ਲਾਤੀ, ਜਿਹਦੇ ਵਿੱਚੋਂ ਆਪਾਂ ਕਰੰਟ ਲੈਣਾ, ਆਊਟਪੁੱਟ ਲੈਣੀ ਹੈ। ਹੁਣ ਕੀ ਹੋਇਆ, ਜਦੋਂ ਪੋਜ਼ਿਟਿਵ ਹਾਫ ਸਰਕਲ ਆਇਆ, ਦੇਖੋ ਮੈਂ ਦਿਖਾ ਰਿਹਾ, ਆਹ ਪੋਜ਼ਿਟਿਵ ਐ, ਸੌਰੀ ਮਾਊਸ ਥੋੜ੍ਹਾ ਜਿਹਾ ਹੋ ਗਿਆ ਸੀ, ਮੈਂ ਇੱਥੇ ਬਣਾ ਲੈਣਾ। ਆ ਆਪਣੇ ਕੋਲ ਏਸੀ ਵੋਲਟੇਜ ਹੈ। ਜਦੋਂ ਪੋਜ਼ਿਟਿਵ ਹਾਫ ਸਰਕਲ ਆਇਆ ਤਾਂ ਕੀ ਹੋਊਗਾ, ਤਾਂ ਉੱਪਰਲਾ ਸਿਰਾ ਕੀ ਬਣ ਗਿਆ ਪੋਜ਼ਿਟਿਵ। ਜਦੋਂ ਪਹਿਲਾ ਪੋਜ਼ਿਟਿਵ ਇੰਨਾ ਇੱਥੋਂ ਤੋਂ ਲੈ ਕੇ ਇੱਥੇ ਤੱਕ ਆਇਆ ਉਰੇ ਤੱਕ, ਤਾਂ ਉੱਪਰਲਾ ਸਿਰਾ ਪੋਜ਼ਿਟਿਵ ਹੈ, ਨਿਚਲਾ ਕੀ ਬਣ ਗਿਆ ਨੈਗੇਟਿਵ। ਹੁਣ ਦੇਖੋ ਪੋਜ਼ਿਟਿਵ ਕਿਹਨਾਂ ਜੁੜਿਆ ਹੈ, ਪੀ ਨਾਲ, ਅਤੇ ਨੈਗੇਟਿਵ ਕਿਹਨਾਂ ਜੁੜਿਆ ਹੈ, ਇਹਦੇ ਵਿੱਚ ਹੀ ਆ ਕੇ ਐਨ ਨਾਲ, ਅਤੇ ਪੋਜ਼ਿਟਿਵ ਨਾਲ ਜੁੜਿਆ ਹੈ, ਨੈਗੇਟਿਵ ਜਦੋਂ ਤੱਕ ਕਨੈਕਟ ਕਰੂਗਾ। ਤਾਂ ਇਹਨੇ ਕੀ ਕੀਤਾ, ਆਪਣੇ ਕੋਲ ਮੈਂ ਆਊਟਪੁੱਟ ਵੀ ਬਣਾਉਣਾ ਇੱਥੇ, ਵਿੱਚ ਜਿਹੜੀ ਆਊਟਪੁੱਟ ਆਈ ਕਿੰਨੀ ਆ ਜੂਗੀ, ਆਹ ਚੀਜ਼ ਆ ਜੂਗੀ, ਠੀਕ ਹੈ। ਜਿੰਨੀ ਆਪਾਂ ਦਿੱਤੀ ਉਨੀ ਆ ਗਈ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ, ਆਹ ਨੈਗੇਟਿਵ ਹਾਫ ਸਰਕਲ ਆਇਆ, ਨੈਗੇਟਿਵ ਹਾਫ ਸਰਕਲ ਜਦੋਂ ਅਗਲਾ ਨੈਕਸਟ ਇਹ ਵਰਕਿੰਗ ਵੀ ਹੈ, ਵਿੱਚ ਇਹ ਕੰਸਟਰਕਸ਼ਨ ਹੈ, ਸਾਰਾ ਕੁਝ ਕੰਸਟਰਕਸ਼ਨ ਤੁਹਾਨੂੰ ਦੱਸਦੀ, ਵਰਕਿੰਗ ਦੱਸ ਰਿਹਾ ਮੈਂ। ਨੈਗੇਟਿਵ ਹਾਫ ਸਰਕਲ ਆਇਆ, ਜਿਹੜਾ ਸੈਕਿੰਡ ਹਾਫ ਜਿਹੜਾ ਸਾਈਕਲ ਆਇਆ, ਤਾਂ ਆਹ ਕੀ ਜਾਣੀ ਕਿ ਨੈਗੇਟਿਵ, ਆਹ ਚੀਜ਼ ਨੈਗੇਟਿਵ ਬਣ ਗਈ, ਆਹ ਚੀਜ਼ ਆਪਣੇ ਆਪ ਪੋਜ਼ਿਟਿਵ ਬਣ ਜਾਣੀ ਹੈ। ਤਾਂ ਹੁਣ ਨੈਗੇਟਿਵ ਪੋਜ਼ਿਟਿਵ ਨਾਲ ਜੁੜਿਆ ਹੈ, ਇੱਧਰ ਪੋਜ਼ਿਟਿਵ ਵਿੱਚ ਵੀ ਆ ਕੇ ਕਿੰਨਾ ਜੁੜਿਆ ਹੈ, ਨੈਗੇਟਿਵ ਪੋਜ਼ਿਟਿਵ ਨਾਲ ਜੁੜਿਆ ਹੈ, ਇਹ ਉਲਟ ਜੁੜੇ ਨੇ। ਇਹਦਾ ਮਤਲਬ ਇਹ ਕੀ ਹੋ ਗਿਆ, ਰਿਵਰਸ ਹੋਇਆ, ਤਾਂ ਹੁਣ ਕੰਡਕਟ ਕਰੂਗਾ ਨਹੀਂ, ਹੁਣ ਨਹੀਂ ਕੰਡਕਟ, ਇਹਦਾ ਮਤਲਬ ਇੱਥੇ ਵੋਲਟੇਜ ਆਉਣੀ ਨਹੀਂ, ਆਹ ਖਤਮ ਕਰ ਦੇਣਾ ਨੇ, ਠੀਕ ਹੈ ਇੱਥੇ ਤੱਕ। ਉਸ ਤੋਂ ਬਾਅਦ ਫਿਰ ਕੀ ਹੋ ਗਿਆ, ਫਿਰ ਅਗਲਾ ਹਾਫ ਸਾਈਕਲ ਆ ਗਿਆ, ਠੀਕ ਹੈ। ਏ ਸੀ ਦਾ ਇਹ ਥੋੜੀ ਵੱਡਾ ਛੋਟਾ ਬਣ ਰਿਹਾ, ਪਰ ਸੇਮ ਹੋਣਾ ਚਾਹੀਦਾ ਵਾ, ਠੀਕ ਹੈ। ਮੈਂ ਤੋਂ ਮਾਊਸ ਹਿੱਲ ਜਾਂਦਾ। ਤਾਂ ਹੁਣ ਜਦੋਂ ਆਹ ਹਾਫ ਸਾਈਕਲ ਆਇਆ ਤਾਂ ਕੀ ਹੋ ਗਿਆ, ਇਹ ਫਿਰ ਪੋਜ਼ਿਟਿਵ ਬਣ ਗਿਆ, ਆਹ ਫਿਰ ਨੈਗੇਟਿਵ ਬਣ ਗਿਆ, ਤਾਂ ਇਹ ਫਾਰਵਰਡ ਬਾਇਸ ਹੋ ਗਿਆ, ਤਾਂ ਇਹ 'ਚ ਆਊਟਪੁੱਟ ਵੋਲਟੇਜ ਆਪਣੇ ਕੋਲ ਫਿਰ ਆ ਗਈ, ਠੀਕ ਹੈ। ਤਾਂ ਇਹ ਕੀ ਹੋ ਗਿਆ ਆਪਣੇ ਕੋਲ, ਹਾਫ ਵੇਵ ਰੈਕਟੀਫਾਇਰ। ਇੱਕ ਮਿੰਟ ਹੋਲਡ ਕਰਿਓ। ਹਾਂਜੀ ਸਰ, ਹਾਂ ਉਹ ਲੈਕਚਰ ਲਾਉਣਾ ਮੈਂ, ਕੀ ਗੱਲ ਹੋ ਗਈ, ਮੈਂ ਤੁਹਾਨੂੰ ਠਹਿਰ ਕੇ ਕਰਦਾ ਬਸ, ਠੀਕ ਹੈ। ਕੋਈ ਜ਼ਰੂਰੀ ਕੰਮ ਤਾਂ ਨਹੀਂ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ, ਠੀਕ ਹੈ। ਇਹ ਪਤਾ ਲੱਗ ਗਿਆ ਹੁਣ, ਇਹ ਜਿਹੜਾ ਰੈਕਟੀਫਾਇਰ ਹੈ ਇਹਨੂੰ ਹਾਫ ਵੇ ਰੈਕਟੀਫਾਇਰ ਕਹਿੰਦੇ, ਕਿਉਂ, ਕਿਉਂਕਿ ਇਹਨੇ ਹਾਫ ਵੇਵ ਹੀ ਰੈਕਟੀਫਾਇਰ ਕੀਤੀ, ਜਦੋਂ ਨੀਚਲਾ ਹਾਫ ਸਾਈਕਲ ਉਹ ਖਤਮ ਕਰਤਾ, ਇਹਦੀ ਐਫੀਸ਼ੀਐਂਸੀ ਘੱਟ ਹੁੰਦੀ ਹੈ। ਇਹਦੇ ਬਾਰੇ ਹੁਣ ਆਪਾਂ ਪੜਾਂਗੇ, ਇਹਦੀ ਕਿੰਨੀ ਐਫੀਸ਼ੀਐਂਸੀ ਹੈ, ਕਿੰਨਾ ਇਹ 'ਚ ਰਿਪਲ ਫੈਕਟਰ ਹੈ। ਐਫੀਸ਼ੀਐਂਸੀ ਕਹਿੰਦੀ ਹੈ ਇਫੈਕਟਿਵ ਕਿੰਨਾ ਰਿਜ਼ਲਟ ਪੋਜ਼ਿਟਿਵ ਕੱਢਦਾ, ਆਪਾਂ ਨੂੰ ਕਿੰਨਾ ਰਿਜ਼ਲਟ ਮਿਲਦਾ, ਤੋਂ ਕਿੰਨਾ ਕੰਮ ਲੈਂਦੇ ਆਪਾਂ। ਐਫੀਸ਼ੀਐਂਸੀ ਵੀ ਇਨਪੁੱਟ ਕਿੰਨੀ ਦਿੱਤੀ, ਆਊਟਪੁੱਟ ਆਪਾਂ ਕੋਲ ਕਿੰਨੀ ਆਈ, ਠੀਕ ਹੈ। ਇੱਕ ਆਪਾਂ ਇਹਦਾ ਕੱਢਾਂਗੇ ਰਿਪਲ ਫੈਕਟਰ, ਠੀਕ ਹੈ। ਵੀ ਇਹਦੇ 'ਚ ਜਿਹੜੀ ਇੰਪਿਓਰਟੀ ਹੈ ਏਸੀ ਦੀ, ਜਿਵੇਂ ਮੰਨ ਲਓ ਤੁਹਾਨੂੰ ਦੱਸਿਆ ਨਾ ਵੀ ਪਿਓਰ ਡੀਸੀ ਨਹੀਂ ਹੈਗੀ, ਇਹਦੇ 'ਚ ਸਮਾਲ ਅਮਾਊਂਟ ਇੰਪਿਓਰਟੀਜ਼ ਹੈ, ਉਹ ਇੰਪਿਓਰਟੀਜ਼ ਕਿੰਨੀ ਹੈ ਉਹ ਆਪਾਂ ਰਿਪਲ ਫੈਕਟਰ ਨਾਲ ਕੱਢਣੀ ਹੈ। ਇੱਕ ਆਪਾਂ ਕੱਢਾਂਗੇ ਇਹਦਾ ਮੈਕਸਿਮਮ ਡੀਸੀ ਕਰੰਟ ਕਿੰਨਾ ਡੀਸੀ ਕਰੰਟ ਇਹਨੇ ਆਪਾਂ ਨੂੰ ਦਿੱਤਾ ਬਾਹਰ ਆਊਟਪੁੱਟ ਦੇ ਵਿੱਚ, ਅਤੇ ਕਿੰਨਾ ਏਸੀ ਕਰੰਟ ਆਇਆ ਇਹਦੇ ਵਿੱਚ। ਇਹ ਚਾਰ ਚੀਜ਼ਾਂ ਹਰ ਇੱਕ ਆਪਾਂ ਰੈਕਟੀਫਾਇਰ ਦੇ ਵਿੱਚ ਆਪਾਂ ਜਿਹੜਾ ਆਪਾਂ ਰੈਕਟੀਫਾਇਰ ਕਰਾਂਗੇ ਉਹਦਾ ਕਰਾਂਗੇ। ਪਹਿਲਾਂ ਆਪਾਂ ਹਾਫ ਵੇਵ ਕਰਾਂਗੇ, ਫਿਰ ਆਪਾਂ ਇਹਦਾ ਫੁੱਲ ਵੇਵ ਕਰਾਂਗੇ। ਹੁਣ ਦੇਖੋ, ਹੁਣ ਆਪਾਂ ਅੱਗੇ ਚੱਲਦੇ ਹਾਂ। ਆਹ ਮੈਂ ਤੁਹਾਨੂੰ ਦੱਸੀ ਦਿੱਤਾ ਸੀ ਅੱਜ ਕੋਲ, ਇੱਦਾਂ ਹਾਫ ਵੇਵ ਹੈ, ਇਹਦੇ ਨੀਚੇ ਹੀ ਬਣਾਉਣਾ, ਜਿਵੇਂ ਉਹ 'ਚ ਡਿਫਰੈਂਸ ਦੱਸਿਆ ਸੀ ਨਾ ਪਹਿਲੇ ਆਰਟੀਕਲ, ਤੁਹਾਨੂੰ ਦੱਸਿਆ ਵੀ ਡਿਫਰੈਂਸ ਆ, ਦੇਖੋ ਆਹ ਚੀਜ਼ ਹੀ ਲਿਮਿਟ ਹੋਣੀ ਹੈ, ਦੇਖੋ ਇੱਦਾਂ ਹੀ ਡਾਇਗਰਾਮ ਆਉਣੀ। ਇਨਪੁੱਟ ਏਸੀ ਸਿਗਨਲ ਦਿੱਤਾ ਆਪਾਂ ਨੇ, ਤਾਂ ਉਹਦੇ ਨੀਚੇ ਪਾਈ ਤੋਂ 2 ਪਾਈ 3 ਪਾਈ 4 ਪਾਈ, ਆ ਦੇਖੋ ਇੱਥੋਂ ਪੂਰਾ ਇੱਥੇ ਤੱਕ ਪਾਈ ਹੁੰਦਾ, ਇੱਥੇ ਤੱਕ 2 ਪਾਈ ਹੁੰਦਾ, 360 ਡਿਗਰੀ। ਮੰਨ ਲਓ ਇੱਕ ਸਰਕਲ ਇੱਥੇ ਕੰਪਲੀਟ ਹੁੰਦਾ ਉਹਦੇ 360 ਦਾ, ਠੀਕ ਹੈ, ਜਿਵੇਂ ਸਾਈਨ ਵੇਵ ਦੇ ਆਪਾਂ 'ਚ ਗੱਲ ਕਰਦੇ ਹਾਂ, ਠੀਕ ਹੈ। ਤਾਂ ਹੁਣ ਇਹਨੇ ਦੇਖੋ ਹਾਫ ਵੇਵ ਹੀ ਰੈਕਟੀਫਾਈ ਕੀਤੀ ਹੈ, ਜਿਵੇਂ ਤੁਹਾਨੂੰ ਵਰਕਿੰਗ ਦੇ ਵਿੱਚ ਦੱਸਿਆ। ਹੁਣ ਆਪਾਂ ਇਹਦਾ ਆਪਾਂ ਮੈਥੇਮੈਟੀਕਲ ਪੋਰਸ਼ਨ ਕਰਾਂਗੇ। ਮੈਥੇਮੈਟੀਕਲ ਦੇ ਵਿੱਚ ਕੀ ਹੈ, ਹੁਣ ਜਿਹੜੀ ਇਨਪੁੱਟ ਜਿਹੜੀ ਆਪਾਂ ਵੋਲਟੇਜ ਦਿੱਤੀ ਹੈ ਉਹਨੂੰ ਆਪਾਂ ਸਾਈਨ ਵੇਵ ਦਿੱਤੀ ਹੈ, ਤਾਂ ਈ ਇਜ਼ ਇਕੁਅਲ ਟੂ ਆਪਾਂ ਲਿਖਾਂਗੇ ਈ ਐਮ ਸਾਈਨ ਆਫ ਓਮੇਗਾ ਟੀ, ਜਾਂ ਈ ਐਮ ਸਾਈਨ ਆਫ ਥੀਟਾ ਵੀ ਲਿਖ ਸਕਦੇ ਹਾਂ। ਸੋ ਥੀਟਾ ਇਜ਼ ਇਕੁਅਲ ਟੂ ਓਮੇਗਾ ਟੀ ਹੈ, ਤੁਸੀਂ ਫਸਟ ਈਅਰ 'ਚ ਪੜ੍ਹੀ ਹੈ। ਥੀਟਾ ਕੀ ਹੈ, ਡਿਸਪਲੇਸਮੈਂਟ ਕੀ ਹੈ, ਵੈਲੋਸਿਟੀ ਇਨਟੂ ਟਾਈਮ, ਤਾਂ ਐਂਗੂਲਰ ਵੈਲੋਸਿਟੀ ਇਨਟੂ ਟਾਈਮ ਆਪਾਂ ਲਿਖਿਆ ਹੈ ਇੱਧਰਲੇ ਪਾਸੇ ਸਾਰਾ ਕੁਝ, ਠੀਕ ਹੈ। ਤਾਂ ਈ ਐਮ ਇਜ਼ ਇਕੁਅਲ ਟੂ ਸਾਈਨ ਆਫ ਓਮੇਗਾ ਟੀ, ਕਿਉਂਕਿ ਸਾਈਨ ਦੀ ਵੇਵ ਆ ਜਿਹੜੀ ਆਪਾਂ ਇਨਪੁੱਟ ਦਿੰਦੇ ਹਾਂ, ਠੀਕ ਹੈ ਨਾ, ਜਿਹੜੀ ਆਪਾਂ ਦਿੱਤੀ ਹੈ ਸਾਈਨ ਵੇਵ ਹੈ। ਤਾਂ ਈ ਐਮ ਕੀ ਹੁੰਦਾ, ਐਂਪਲੀਟਿਊਡ, ਠੀਕ ਹੈ। ਸਾਈਨ ਓਮੇਗਾ ਟੀ ਦੀ ਜਗ੍ਹਾ ਆਪਾਂ ਥੀਟਾ ਪੁੱਟ ਕਰਤਾ। ਹੁਣ ਕਹਿੰਦਾ ਸਪੋਜ਼ ਕਰ ਲਓ, ਕਹਿੰਦਾ ਜੀ ਫਾਰਵਰਡ ਰੈਜ਼ਿਸਟੈਂਸ ਆ ਡਾਇਡ ਦੀ ਥੋੜੀ ਜਿਹੀ ਰੈਜ਼ਿਸਟੈਂਸ ਤਾਂ ਹੋਊਗੀ ਫਾਰਵਰਡ, ਠੀਕ ਹੈ, ਉਹ ਆਪਾਂ ਲਿਖ ਲਈ ਆਰ ਐਫ, ਸਮਾਲ ਆਰ। ਜਿਹੜੀ ਲੋਡ ਰੈਜ਼ਿਸਟੈਂਸ ਉਹ ਕੈਪੀਟਲ ਆਰ ਲਿਖ ਲਈ। ਹੁਣ ਆਪਾਂ ਇੱਕ ਐਕਸਪ੍ਰੈਸ਼ਨ ਬਣਾਉਣਾ ਕਰੰਟ ਦਾ, ਉਹ ਕਰੰਟ ਕਿਹਦੇ ਬਰਾਬਰ ਹੋ, ਆਈ ਇਜ਼ ਇਕੁਅਲ ਟੂ, ਇੱਥੇ ਕਰਲੀ ਬ੍ਰੈਕਟ ਪਾਤੀ, ਈ ਅਪੋਨ ਆਰ ਐਫ ਪਲੱਸ ਆਰ ਐਲ। ਆਈ ਕਿਹਦੇ ਬਰਾਬਰ ਹੁੰਦਾ, ਵੋਲਟ, ਆਈ ਇਜ਼ ਇਕੁਅਲ ਟੂ ਵੀ ਅਪੋਨ ਆਰ। ਓਮਸ ਦਾ ਪੜ੍ਹਿਆ ਸਾਰਿਆਂ ਨੇ, ਆਈ ਇਜ਼ ਇਕੁਅਲ ਟੂ ਵੀ ਅਪੋਨ, ਵੀ ਕਿੰਨੀ ਹੈ, ਜਿੰਨੀ ਆਪਾਂ ਵੋਲਟੇਜ ਅਪਲਾਈ ਕੀਤੀ, ਈ ਐਮ ਐਫ ਵੀ ਹੁੰਦੀ ਹੈ ਵੋਲਟੇਜ, ਠੀਕ ਹੈ। ਈ ਐਮ ਐਫ ਦਾ ਪੋਟੈਂਸ਼ੀਅਲ ਡਿਫਰੈਂਸ,
प्लस टोटल रेजिस्टेंस कितनी है, दोनों सीरीज लगी हुई ने, RF प्लस क्योंकि एक डायरेक्ट लग्या है नाल ही ਉਹਦੇ दूसरी रेजिस्टेंस लगी है, दोनों सीरीज ने, टोटल रेजिस्टेंस कितनी आ गई RF प्लस RL। EM की वैल्यू पुट करती EM साइन ऑफ थीटा RF प्लस RL। एक करों तक होगा, देखो ध्यान नाल 0 तो लैके पाई तक, जो पाई तो लैके 2 पाई करांगे तो 0 आ करंट की वैल्यू, करंट कितने तक आ रहा है 0 तो लैके पाई तक। हुण आपां इहदे नाल लिख दांगे ये जी वैल्यू आई है कदों आई है जो 0 थीटा लैस दैन ना 0 एन एक ग्रेटर दैन, ठीक है, तो लैस दैन पाई ये लाई करता थीटा, तो उदों वैल्यू करंट की आ हुण करंट की वैल्यू 0 कदों आ जो पाई तो लैके 2 पाई तक लगता है। ये तुसीं देख ही लिया, देखो डायग्राम तो पाई तो लैके 2 पाई तक कितना करंट 0, करंट की वैल्यू 0। पर जो आप फुल वेव करांगे तो उत्थे इत्थे वैल्यू आऊगी। हुण आपां मैक्सिमम वैल्यू कड्ढनी करंट की, ठीक है, लोड कितना मैक्सिमम होगा, देखो आई की वैल्यू आप कड्ढी है EM साइन ऑफ RF प्लस R। हुण यही मैक्सिमम वैल्यू कदों होगी जो साइन थीटा की वैल्यू मैक्सिमम कितनी होंदी है 1, बाकी तो जी वेरी नहीं कर रही, साइन थीटा वेरी कर रहे हैं, साइन थीटा की मैक्सिमम वैल्यू कितनी होंदी है 1, तो हुण इह 1 पुट कर देंगे तो अपने को मैक्सिमम वैल्यू आ जाएगी IM इज इक्वल टू EM अपॉन RF प्लस R। हुण आपां DC वैल्यू करनी है, DC एवरेज वैल्यू ऑफ आउटपुट करंट। हुण कहना DC एमीटर की है, वो वैल्यू दसदा एवरेज वैल्यू ऑफ करंट पासिंग थ्रू भी कितना उस करंट DC करंट पास करता। द एवरेज वैल्यू करंट आउटपुट करंट है obtaining द एवरेज द इंस्टेनियस करंट ओवर द होल साइकिल। एवरेज वैल्यू ऑफ आउटपुट करंट आप किवें कढ सकते हैं, एवरेज करनी है द इंस्टेनियस करंट होल साइकिल, सारे साइकिल के कितना करंट इंस्टेनियस ਉਹਦਾ ਆਪਾਂ एवरेज कढ ਲੈਣਾ। देखो एवरेज कढ़न नहीं आप 0 तो लैके 2 पाई तक इंटीग्रेशन होगी कि देखो पूरा सर्कल कितने कंप्लीट होता है 2 पाई तक, तो नाल I इंटू डी थीटा ये टोटल करंट कढ़ लिया, वह एवरेज कढ़न नहीं आप टोटल नाल डिवाइड करता, कितना टोटल नाल 2 पाई नाल डिवाइड करता क्योंकि सर्कल सारा की सी 2 पाई। तो आप हम इन्होंने दो इंटीग्रेशन में कन्वर्ट करना कि 0 तो लैके पाई तक, क्योंकि अपने को दो वेरीएशन ने, एक तो 0 तो लैके पाई तक, पाई तो लैके 2 पाई तक, इन्हों आप ब्रेक करता इंटीग्रेशन 0 तो लैके पाई, पाई तो लैके 2 पाई इंटू आई थीटा आई इंटू थीटा, ठीक है, ब्रेक होगी। उस तो बाद आई की वैल्यू पुट करती 0 तो पाई तक, तो अपने आ सी तो 0 पाई तो 2 पाई तक 0 सी, आधा चीज़ 0 ही होगी, तो अपने को रह किहड़ा गया ये आप कॉन्सटेंट चीज़ां बाहर कढ़नियां बिच गया साइन ऑफ थीटा इंटू डी थीटा। हुण साइन थीटा की इंटीग्रेशन की होंदी है माइनस कॉस थीटा, तो अपर लिमिट उदा ही लिमिट लिखती, फिर अपर लिमिट माइनस लोअर लिमिट आप लिखता कॉस ऑफ आई माइनस कॉस ऑफ 0, ठीक है, माइनस मैं बाहर कढ़ लिया सीगा, ठीक है। हुण कॉस फाइव कितने होंगे -1 तो कॉस 0 1, तो माइनस माइनस -2 बन गया, -2 तो प्लस अर्थों आह प्लस प्लस बन गया, तो 2 ना 2 कैंसल हो गया, तो अपने को आ वैल्यू आ गई EIDC वैल्यू I1 अपॉन पाई EM अपॉन RF प्लस RL। हूँ EM अपॉन RL प्लस RF की है आप लिखा है IM, तो अपने को IDC की वैल्यू आ गई IM डिवाइड बाय पाई, ठीक है जी, ये आप याद रखनी है। उस तो बाद आप कढ़नी है आ करनी लोड़ नहीं फोरियर वाला, ठीक है, इस वही कटा है IDC बाई IM डिवाइड बाय पाई। हूँ रूट मीन स्केयर वैल्यू कढ़नी है AC वैल्यू, AC करंट की वैल्यू। हूँ AC एमीटर शोज की करता वा ये रूट मीन स्केयर करंट पासिंग थ्रू द लोड डिस्टेंस। हूँ रूट मीन स्केयर वैल्यू ऑफ करंट किवें ऑब्टेन करते हैं, टेकिंग द स्केयर रूट ऑफ एवरेज ऑफ स्केयर टेकन द होल साइकिल, स्केयर रूट ऑफ करंट एवरेज द होल द अंडर रूट, ठीक है, वही चीज़ लिखी है कि रूट मीन स्केयर वैल्यू ऑफ आउटपुट करंट ऑब्टेनिंग बाय टेकिंग द स्केयर रूट आप स्केयर प्लेट रहना एवरेज द एवरेज ले लिया स्केयर ऑफ इट्स होल साइकिल, करंट का होल साइकिल आप स्केयर करता, तो आई का स्केयर एवरेज कर लिया 0 तो लैके 2 पाई 1.2 पाई एवरेज हो गया द अंडर रूट, ठीक है, इनू आप रूट मीन स्केयर वैल्यू कहते हैं, रूट मीन स्केयर वैल्यू। हुण आप फिर इनू उद्दां ही ब्रेक करना पैना, कारण की है क्योंकि जिहड़े एक साइकिल के अपने को हाफ दे विच आउंदा करंट हाफ नहीं होंदा, तो आप किवें करांगे 0 तो पाई तक इंटीग्रेशन ते पाई तो लगे 2 पाई तक इंटीग्रेशन। हुण पाई तो लैके 2 पाई तो आई की वैल्यू 0 इत्थे 0 पुट कर दो, इत्थे आई की वैल्यू पुट कर दो, उन्होंने आप स्केयर करना, तो अपने आई की वैल्यू किसी EM का साइन ऑफ RR प्लस RL इन्हों आप स्केयर करता, ठीक है, स्केयर करके अपने को ये टर्म कॉन्सटेंट बाहर कर दी बच गया 0 तो पाई साइन स्केयर थीटा इंटू डी थीटा। हूँ साइन स्केयर थीटा इंटू डी थीटा फार्मूला था 1 माइनस कॉस ऑफ 2 थीटा डिवाइड बाय 2, ठीक है, इंटू डी थीटा। हूँ ये आप इंटीग्रेशन सॉल्व कर ली, इंटीग्रेशन सॉल्व कर ली अपन दो हिस्से बंड लिया किमें देखो, एक तो 0 तो थीटा आ जाएगा, एक 0 तो पाई, ठीक है, 2 बाहर कट लिया 0 तो पाई कॉस ऑफ 2 थीटा इंटू डी थीटा। आ मैं थोड़ा फस्ट ईयर करवाया भी कॉस ऑफ 2 थीटा साइन ऑफ 2 थीटा इंटू डी थीटा 0 तो पाई की वैल्यू होंगी है 0, तो आप 0 पुट करता।
ਤਾਂ ਆਪਣੇ ਕੋਲ ਆ ਦੀ ਵੈਲਿਊ ਕਿੰਨੀ ਆ ਗਈ ਥੀਟਾ। ਅਪਰ ਲਿਮਿਟ ਮਾਈਨਸ ਲੋਅਰ ਲਿਮਿਟ ਪਾਈ ਮਾਈਨਸ ਥੀਟਾ। ਠੀਕ ਹੈ, ਹੁਣ ਪਾਈ ਰਹਿ ਗਿਆ, ਪਾਈ ਨਾਲ ਪਾਈ ਕੱਟਿਆ ਗਿਆ, ਤਾਂ ਆਪਣੇ ਕੋਲ ਆਹ ਚੀਜ਼ ਹੈਗੀ ਰੂਟ ਮੀਨ ਸਕੇਅਰ ਵੈਲਿਊ। ਹੁਣ ਆਹ ਚੀਜ਼ ਕੀ ਹੈ ਈ ਐਮ ਪੌਨ ਆਰ ਐਫ ਪਲੱਸ ਆਰ ਐਲ, ਇਹ ਕੀ ਹੈ ਆਈ ਐਮ। ਹੁਣ ਇਹਦੀ ਆਈ ਐਮ ਵੈਲਿਊ ਪੁੱਟ ਕਰ ਦਿਓ, ਆਈ ਐਮ ਦਾ ਸਕੇਅਰ ਬਣ ਗਿਆ। ਹੁਣ ਜਦੋਂ ਆਪਾਂ ਅੰਡਰ ਰੂਟ ਚੱਕਾਂਗੇ ਇੱਥੋਂ ਆਹ ਸਕੇਅਰ ਰੂਟ ਚੱਕਾਂਗੇ ਤਾਂ ਕੀ ਬਣ ਜੂਗਾ 1/2 ਈ ਐਮ ਪੌਨ ਆਰ ਐਫ ਪਲੱਸ ਆਰ ਐਲ, ਇਹਨੂੰ ਆਪਾਂ ਆਈ ਐਮ ਪੁੱਟ ਕਰਦੇ ਆਈ ਐਮ ਡਿਵਾਈਡ ਬਾਈ 2। ਇਹ ਆਪਣੇ ਕੋਲ ਰੂਟ ਮੀਨ ਸਕੇਅਰ ਵੈਲਿਊ ਆਫ ਕਰੰਟ ਦੀ ਆ ਗਈ। ਠੀਕ ਹੈ, ਸੌਖੀ ਹੈ। ਹੁਣ ਆਪਾਂ ਕੱਢਣੀ ਹੈ ਐਫੀਸ਼ੀਐਂਸੀ, ਆਪਾਂ ਦੋਨੇ ਵੈਲਿਊ ਕੱਢਣੀ ਹੈ, ਕਰੰਟ ਏ ਸੀ ਵੀ ਕੱਢ ਲਿਆ, ਕਰੰਟ ਡੀ ਸੀ ਵੀ ਕੱਢ ਲਿਆ। ਹੁਣ ਆਪਾਂ ਐਫੀਸ਼ੀਐਂਸੀ ਕੱਢਣੀ ਹੈ। ਐਫੀਸ਼ੀਐਂਸੀ ਕੀ ਹੈ, ਕਹਿੰਦਾ ਐਫੀਸ਼ੀਐਂਸੀ ਆਫ ਰੈਕਟੀਫਾਇਰ ਡਿਫਾਈਨਡ ਹੈ ਰੇਸ਼ੋ ਆਫ ਦਾ ਆਊਟਪੁੱਟ ਪਾਵਰ ਟੂ ਦਾ ਏ ਸੀ ਇਨਪੁੱਟ ਪਾਵਰ। ਕਿੰਨੀ ਆਪਾਂ ਪਾਵਰ ਸਪਲਾਈ ਕੀਤੀ, ਕਿੰਨੀ ਆਪਾਂ ਨੂੰ ਆਊਟਪੁੱਟ ਆਈ, ਉਹਨੂੰ ਐਫੀਸ਼ੀਐਂਸੀ ਕਹਿੰਦੇ। ਐਫੀਸ਼ੀਐਂਸੀ ਕਿਉਂ ਪਾਵਰ ਡੀ ਸੀ ਬਾਈ ਪਾਵਰ ਏ ਸੀ। ਹੁਣ ਪਾਵਰ ਦਾ ਫਾਰਮੂਲਾ ਆਪਾਂ ਨੂੰ ਪਤਾ ਹੀ ਹੈ, ਇਹਦੇ ਬਰਾਬਰ ਹੁੰਦਾ ਪਾਵਰ ਡੀ ਸੀ ਇਕੁਅਲ ਟੂ ਆਈ ਐਮ ਪੌਨ ਪਾਈ ਦਾ ਸਕੇਅਰ ਆਈ ਸਕੇਅਰ ਇੰਟੂ ਆਰ। ਪਾਵਰ ਦਾ ਫਾਰਮੂਲਾ ਆਪਾਂ ਨੂੰ ਪਤਾ ਆਈ ਸਕੇਅਰ ਇੰਟੂ ਆਰ ਹੁੰਦਾ। ਠੀਕ ਹੈ, ਹੁਣ ਪਾਵਰ ਡੀ ਸੀ ਕੱਢਣੀ ਹੈ ਤਾਂ ਡੀ ਸੀ ਕਰੰਟ ਆਪਾਂ ਹੁਣੇ ਕੱਢਿਆ ਆਈ ਐਮ ਪੌਨ ਪਾਈ ਦਾ ਸਕੇਅਰ ਦਾ ਇੰਟੂ ਆਰ। ਅਤੇ ਆਈ ਏ ਸੀ ਕਰੰਟ ਕੀ ਹੈ ਆਈ ਐਮ ਜਿਹੜਾ ਆਪਾਂ ਹੁਣੇ ਕੱਢਿਆ ਆਈ ਐਮ ਡਿਵਾਈਡ ਬਾਈ 2 ਦਾ ਸਕੇਅਰ, ਕਿਉਂਕਿ ਪਾਵਰ ਦਾ ਫਾਰਮੂਲਾ ਧਿਆਨ ਰੱਖਣਾ ਆਈ ਸਕੇਅਰ ਆਰ ਹੁੰਦਾ। ਤਾਂ ਆਪਾਂ ਆਈ ਦੀ ਵੈਲਿਊ ਪੁੱਟ ਕਰਤੀ। ਹੁਣ ਏ ਸੀ ਕੱਢਣੀ ਹੈ, ਏ ਸੀ ਦੇ ਵਿੱਚ ਦੋਨੇ ਰੈਜ਼ਿਸਟੈਂਸ ਲੱਗਣਗੀਆਂ, ਕਿਉਂ ਕਿਉਂਕਿ ਏ ਸੀ ਦੇ ਵਿੱਚ ਡਾਇਡ ਵੀ ਹੁੰਦਾ। ਜਿਹੜੀ ਡੀ ਸੀ ਹੈ ਇਹਦੇ ਵਿੱਚ ਹੁੰਦੇ ਤੁਸੀਂ ਕਹੋਗੇ ਵੀ ਇਹ 'ਚ ਆਰ ਐਲ ਆਈ ਹੈ ਰੈਜ਼ਿਸਟੈਂਸ। ਠੀਕ ਹੈ, ਇਹਦੇ ਵਿੱਚ ਆਰ ਐਫ ਪਲੱਸ ਆਰ ਐਲ ਦੀ ਹੈ। ਹੁਣ ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ, ਕਿਉਂਕਿ ਡਾਇਡ ਤੋਂ ਪਹਿਲਾਂ ਏ ਸੀ ਹੈ, ਡਾਇਟ ਤੋਂ ਬਾਅਦ ਵੀ ਫਲਕਚੁਏਟ ਸੀ, ਦੋਨੇ ਏਸੀ ਵਿੱਚ ਤਾਂ ਦੋਨੇ ਰੈਜ਼ਿਸਟੈਂਸ ਕਾਊਂਟ ਹੋਣਗੇ। ਪਰ ਜਿਹੜੀ ਡੀਸੀ ਹੈ ਉਹ ਡਾਇਟ ਤੋਂ ਬਾਅਦ ਹੁੰਦੀ ਹੈ, ਪਹਿਲਾਂ ਡਾਇਟ ਤੋਂ ਪਹਿਲਾਂ ਤਾਂ ਏਸੀ ਹੈ, ਡਾਇਟ ਤੋਂ ਬਾਅਦ ਉਹ ਡੀਸੀ ਕਨਵਰਟ ਹੁੰਦੀ ਹੈ। ਤੇ ਡਾਇਟ ਤੋਂ ਬਾਅਦ ਰੈਜ਼ਿਸਟੈਂਸ ਕਿਹੜੀ ਲੱਗੀ ਹੋਈ ਹੈ ਆਰ ਐਲ, ਇਸ ਕਰਕੇ ਤੇ ਆਰ ਐਲ ਹੈ ਆਰ ਐਫ ਪਲੱਸ ਆਰ ਐਲ। ਇਹ ਦੋਨੇ ਵੈਲਿਊ ਆਪਾਂ ਇਹ 'ਚ ਪੁੱਟ ਕਰਤੀਆਂ, ਪਾਵਰ ਡੀ ਸੀ ਪਾਵਰ ਏ ਸੀ ਦੀ, ਦੋਨਾਂ ਨੂੰ ਡਿਵਾਈਡ ਕੀਤਾ ਤਾਂ ਆਪਣੇ ਕੋਲ ਰਿਪਲ ਫੈਕਟਰ ਆਪਣੇ ਕੋਲ ਇਹਦੇ ਵਿੱਚ ਵੈਲਿਊ ਪੁੱਟ ਕਰ ਦੇਣੀ ਹੈ। ਆਰ ਐਫ ਬਾਹਰ ਕੱਢ ਲਿਆ, ਠੀਕ ਹੈ, ਕਾਂਸਟੈਂਟ ਵੈਲਿਊ ਇਹਦੀਆਂ ਵੈਲਿਊ ਪੁੱਟ ਕਰਕੇ 4.46 ਆ ਗਿਆ। ਜਦੋਂ ਆਰ ਐਫ ਦੀ ਵੈਲਿਊ ਵੈਰੀ ਲੈਸ ਦੈਨ ਹੈ, ਜਿਹੜੀ ਆਰ ਐਫ ਦੀ ਵੈਲਿਊ ਹੈ ਬਹੁਤ ਜ਼ਿਆਦਾ ਘੱਟ ਹੁੰਦੀ ਹੈ ਐਜ਼ ਕੰਪੇਅਰ ਟੂ ਆਰ ਐਲ ਨਾਲ, ਤਾਂ ਇਹਨੂੰ ਨੈਗਲੈਕਟ ਕਰ ਦਾਂਗੇ ਆਪਣੇ ਕੋਲ, ਤਾਂ ਆਪਣੇ ਕੋਲ ਕੀ ਆ ਜਾਊਗਾ 0.46। ਇਹਨੂੰ ਪਰਸੈਂਟੇਜ ਕੱਟਾਂਗੇ 100 ਨਾਲ ਮਲਟੀਪਲਾਈ ਕਰ ਦਾਂਗੇ ਤਾਂ 40% ਦੀ ਐਫੀਸ਼ੀਐਂਸੀ ਹੈ, ਸਿਰਫ 40.6% ਦੀ ਐਫੀਸ਼ੀਐਂਸੀ ਹੈ ਆਪਣੇ ਹਾਫ ਵੇਵ ਰੈਕਟੀਫਾਇਰ ਦੀ। ਉਸ ਤੋਂ ਬਾਅਦ ਰਿਪਲ ਫੈਕਟਰ, ਹੁਣ ਧਿਆਨ ਰੱਖਣਾ ਇਹ 40.6 ਮੈਂ ਤੁਹਾਨੂੰ ਦੱਸਿਆ, ਅੱਗੇ ਆਪਾਂ ਕੰਪੇਅਰ ਕਰਾਂਗੇ ਫੁੱਲ ਵੇਵ ਰੈਕਟੀਫਾਇਰ ਦੀ। ਅੱਗੇ ਰਿਪਲ ਫੈਕਟਰ ਕੱਢਣਾ, ਰਿਪਲ ਫੈਕਟਰ ਸੀ ਜਿਹੜੀ ਇੰਪਿਓਰਟੀਜ਼ ਜਿਹੜੀ ਸਮਾਲ ਅਮਾਊਂਟ ਆਫ ਏ ਸੀ ਹੈ ਪ੍ਰੈਜ਼ੈਂਟ ਇਨ ਦਾ ਆਊਟਪੁੱਟ ਸਿਗਨਲ ਦੇ ਵਿੱਚ ਹੈ, ਉਹਨੂੰ ਆਪਾਂ ਰਿਪਲ ਫੈਕਟਰ ਕਰਦੇ ਹਾਂ। ਰਿਪਲ ਫੈਕਟਰ ਆਪਣਾ ਘੱਟ ਤੋਂ ਘੱਟ ਹੋਣਾ ਚਾਹੀਦਾ, ਜਿੰਨਾ ਰਿਪਲ ਫੈਕਟਰ ਜ਼ਿਆਦਾ ਹੋਊਗਾ ਉਨੀ ਉਹਦੀ ਮਤਲਬ ਐਫੀਸ਼ੀਐਂਸੀ ਹੈ ਨਹੀਂ, ਸਹੀ ਨਹੀਂ ਹੈਗਾ ਉਹ। ਠੀਕ ਹੈ, ਜਿੰਨਾ ਰਿਪਲ ਫੈਕਟਰ ਘੱਟ ਤੋਂ ਘੱਟ ਵੈਲਿਊ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਕੀ ਹੈ ਪਾਵਰ ਏ ਸੀ ਡਿਵਾਈਡ ਬਾਈ ਪਾਵਰ ਆਈ ਏ ਸੀ ਡਿਵਾਈਡ ਬਾਈ ਆਈ ਡੀ ਸੀ, ਮਤਲਬ ਆਊਟਪੁੱਟ ਕਰੰਟ ਦੇ ਵਿੱਚ ਕਿੰਨਾ ਅਮਾਊਂਟ ਆਫ ਏ ਸੀ ਹੈ। ਹੁਣ ਆਈ ਆਰ ਐਮ ਐਸ ਦੀ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ ਰੂਟ ਮੀਨ ਸਕੇਅਰ ਵੈਲਿਊ, ਉਹ ਕਿਹਦੇ ਬਰਾਬਰ ਹੈ ਆਈ ਡੀ ਸੀ ਡਿਵਾਈਡ ਬਾਈ, ਇੱਕ ਮਿੰਟ ਹੋਲਡ ਕरें, ठीक है जी। ਹੁਣ देखो आई आर एम एस रूट में स्केयर वैल्यू दैट इज एवरेज ਦਾ ਦੋਨਾਂ ਦਾ, आई डी सी ਦਾ ਸਕੇਅਰ आई ए सी ਦਾ ਸਕੇਅਰ ਦਾ ਅੰਡਰ ਰੂਟ। ਠੀਕ ਹੈ, ਇਹਦਾ ਫਾਰਮੂਲਾ ਹੁੰਦਾ। ਠੀਕ ਹੈ, आई रूट में ਸਕੇਅਰ ਵੈਲਿਊ ਕਿਹਦੇ ਬਰਾਬਰ ਹੁੰਦੀ ਹੈ आई डी सी ਦਾ ਸਕੇਅਰ आई ए सी ਦਾ ਸਕੇਅਰ ਦਾ ਅੰਡਰ ਰੂਟ। ਹੁਣ ਇੱਥੋਂ ਆਪਾਂ ਕਿਹਦੀ ਕੱਢਣੀ ਹੈ आई ए सी ਦੀ ਵੈਲਿਊ ਕੱਢਣੀ ਹੈ, ਤਾਂ आई ए सी ਦੀ ਵੈਲਿਊ ਸਕੇਅਰ ਕਰ ਦਿਓ ਦੋਨਾਂ ਸਾਈਡ, आई ए सी ਦੀ ਵੈਲਿਊ ਕੱਢ ਕੇ ਆਪਣੇ ਕੋਲ ਆਹ ਚੀਜ਼ ਆ ਗਈ। ਹੁਣ ਇਹ ਦੋਨੇ ਵੈਲਿਊ 'ਚ ਪੁੱਟ ਕਰਤੀਆਂ आई डी सी ਤੇ आई ए सी ਦੀ। ਠੀਕ ਹੈ, ਹੁਣ ਆਪਾਂ ਕੀ ਕੀਤਾ ਇਹਨੂੰ ਡਿਵਾਈਡ ਕਰਤਾ आई डी सी ਨੂੰ। ਠੀਕ ਹੈ, ਤਾਂ ਆਪਣੇ ਕੋਲ ਆਹ ਚੀਜ਼ ਬਣ ਗਈ। ਹੁਣ आई आर एम एस ਦੀ ਵੈਲਿਊ ਪਤਾ ਆਪਾਂ ਨੂੰ, आई डी सी ਦੀ ਵੈਲਿਊ ਪਤਾ। ਠੀਕ ਹੈ, ਹੁਣੇ ਕੱਢੀਆਂ ਹੋਈਆਂ ਆਪਾਂ ਦੋਨੇ ਵੈਲਿਊ ਪੁੱਟ ਕਰਤੀਆਂ, ਤਾਂ ਆਪਣੇ ਕੋਲ ਜਦੋਂ ਪਾਈ ਦੀ ਵੈਲਿਊ ਪੁੱਟ ਕਰਾਂਗੇ ਇਹਨੂੰ ਸਕੇਅਰ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ ਰਿਪਲ ਫੈਕਟਰ 1.21। ਹੁਣ ਆਪਾਂ ਗਾਮਾ ਕਿਹਦੇ ਬਰਾਬਰ ਆ, ਆਪਾਂ ਹੁਣੇ ਲਿਖਿਆ ਸੀ आई डी सी ਬਾਈ आई ए सी, ਇਹਦੀ ਵੈਲਿਊ ਪੁੱਟ ਕਰ ਦਿਓ ਤਾਂ ਇਹਦਾ ਮਤਲਬ आई ए सी ਜਦੋਂ ਆਪਾਂ ਕ੍ਰੋਸ ਮਲਟੀਪਲਾਈ ਕਰਾਂਗੇ ਤਾਂ आई ए सी ਕਿਹਦੇ ਬਰਾਬਰ ਜੀ 1.2 आई डी सी। ਇਹਦਾ ਮਤਲਬ ਜਿੰਨਾ ਡੀ ਸੀ ਹੈ ਉਹਨੂੰ 1.21 ਨਾਲ ਮਲਟੀਪਲਾਈ ਕਰਕੇ ਏ ਸੀ ਦੀ ਵੈਲਿਊ ਆਉਂਦੀ ਹੈ। ਇਹਦਾ ਮਤਲਬ ਏ ਸੀ ਬਹੁਤ ਜ਼ਿਆਦਾ ਵਾ ਐਸ ਕੰਪੇਅਰ ਟੂ ਡੀ ਸੀ ਨਾਲ, ਇਸ ਕਰਕੇ ਇਹਦਾ ਰਿਪਲ ਫੈਕਟਰ ਬਹੁਤ ਜ਼ਿਆਦਾ, ਇਸ ਕਰਕੇ ਆਪਾਂ ਇਹਨੂੰ ਘੱਟ ਯੂਜ਼ ਕਰਦੇ ਹਾਂ। ਠੀਕ ਹੈ, ਆਪਾਂ ਫੁੱਲ ਵੇਵ ਰੈਕਟੀਫਾਇਰ ਯੂਜ਼ ਕਰਦੇ ਹਾਂ, ਇਹਦੀ ਐਫੀਸ਼ੀਐਂਸੀ ਵੀ ਘੱਟ ਹੈ ਅਤੇ ਪਲੱਸ ਇਹਦਾ ਰਿਪਲ ਫੈਕਟਰ ਡੀ ਸੀ ਨਾਲੋਂ ਕਿਤੇ ਜ਼ਿਆਦਾ, ਕਿਉਂਕਿ ਉਹਨਾਂ ਨਾਲ ਡੀ ਸੀ ਨਾਲ ਜਿੰਨਾ ਕਰੰਟ ਆਉਂਦਾ ਉਹਨਾਂ 1.21 ਮਲਟੀਪਲਾਈ ਕਰਕੇ ਏ ਸੀ ਜਾਂ ਕਰੰਟ ਉਹ 'ਚ ਜ਼ਿਆਦਾ ਹੋ ਰਿਹਾ। ਠੀਕ ਹੈ, ਇਸੇ ਤਰ੍ਹਾਂ ਆਪਾਂ ਅੱਗੇ ਦੇਖਾਂਗੇ ਵੀ ਕਿਹਦੇ 'ਚ ਰਿਪਲ ਫੈਕਟਰ ਘੱਟਦਾ। ਅੱਗੇ ਪੀਕ ਇਨਵਰਸ ਵੋਲਟੇਜ ਕੀ ਹੈ। ਹੁਣ ਪੀਕ ਇਨਵਰਸ ਵੋਲਟੇਜ ਜੀ ਬਹੁਤ ਜ਼ਿਆਦਾ ਘੱਟ ਹੈ, ਕਿਉਂਕਿ ਜਿਹੜਾ ਡਾਇਡ ਆ ਇੱਕ ਹੀ ਡਾਇਡ ਰਿਵਰਸ ਬਾਇਸ ਵਿੱਚ ਕੰਡਕਟ ਕਰਦਾ। ਪੀਕ ਇਨਵਰਸ ਵੋਲਟੇਜ ਹੁੰਦੀ ਹੈ ਮੈਕਸਿਮਮ ਵੋਲਟੇਜ ਅਪਲਾਈਡ ਕ੍ਰੋਸ ਦਾ ਡਾਇਡ ਡਿਊਰਿੰਗ ਰਿਵਰਸ ਬਾਇਸ। ਰਿਵਰਸ ਬਾਇਸ ਵਿੱਚ ਜਿਹੜੀ ਮੈਕਸਿਮਮ ਵੋਲਟੇਜ ਆਪਾਂ ਅਪਲਾਈ ਕਰਦੇ ਹਾਂ ਉਹਨੂੰ ਪੀਕ ਇਨਵਰਸ ਵੋਲਟੇਜ ਕਹਿੰਦੇ ਆ। ਹੁਣ ਇਹ 'ਚ ਦੇਖੋ ਇੱਕੇ ਡਾਇਡ ਆ, ਜਦੋਂ ਉਹਨੇ ਰਿਵਰਸ ਬਾਇਸ ਹੋਣਾ ਤਾਂ ਉਹਦੇ 'ਤੇ ਹੀ ਵੋਲਟੇਜ ਅਪਲਾਈ ਹੋਣੀ ਹੈ। ਜੇ ਦੋ ਡਾਇਡ ਹੋਣਗੇ ਤਾਂ ਉਹਦੀ ਪੀਕ ਇਨਵਰਸ ਵੋਲਟੇਜ ਵੱਧ ਜੂਗੀ, ਦੋ ਪੈਰਲਲ ਲੱਗੇ ਹੁੰਦੇ।
पर एक डायरेक्ट लगना होगा कि पीक इनवर्स वोल्टेज वो की घट है, ठीक है। जी पीक इनवर्स वोल्टेज डिवाइड बाय डीसी आउटपुट वोल्टेज जी ईएम डिवाइड बाय ईएम पॉन पाई आ गया, क्योंकि इतने आई लिखे ने अपने आउटपुट करंट डीसी करंट एक ही गल, ठीक है। तो आप ये आई मैन कट्टेगा तो पाई आ गया, ठीक है। वोल्टेज रेगूलेशन की होंगी है वो हाफ रेक्टिफायर। वोल्टेज रेगूलेशन तुम फार्मूला याद रखना, ठीक है। कहना वोल्टेज रेगूलेशन इक्वल टू आउटपुट एट नो लोड, जो कोई लोड नहीं अप्लाई किया, माइनस आउटपुट एट फुल लोड, जिन्ना फुल लोड अप्लाई किया तो कितनी आउटपुट आई, डिवाइड बाय आउटपुट एट फुल लोड, तो इन वोल्टेज रेगूलेशन कहते हैं। भी वोल्टेज रेगूलेशन मतलब की है भी कितना आप वोल्टेज अप्लाई कर सकते हैं ताकि वो वोल्टेज फ्लक्चुएट ना करे। जिमें आप कोई बैटरी है वो ज़्यादा लोड पाने तो वो वोल्टेज की है 12 11 10 रह जाती है, ठीक है, डिम हो जाती है। जिमें आप इन्वर्टर घर में चलाने हैं, ये मतलब कि वोल्टेज रेगूलेशन कितना आप तो लोड पाइए ताकि जी लाइट की है जी वोल्टेज है 220 वोल्ट ही रहे या 12 वोल्ट ही रहे, चेंज ना हो, फ्लक्चुएट ना करे। ये लिए कढ़नी अपने को आई डी सी है, कढ़ना कर लो, वैसे इतने लोड तो नहीं, इतने तक ही होंगे। आई डी सी इक्वल टू आई डी सी जो ई डी सी है वोल्ट वी इक्वल टू आई आर वाला फार्मूला था, ठीक है। तो आप इस वैल्यू पुट करती आई डी सी की तो आर है, ठीक है। आई डी सी की वैल्यू अपने को इन आप जो आप आर एल बाहर कॉमन कढ़ लें तो आर एल आर एल कट्टे तो अपने को आ चीज़ बन गई, इन उपर लैके टर्म तो अपने को आ चीज़ बन गई, इन बाइनल ला के आप खोल था मूरे आ गया तो हाई टर्म नेगलेक्ट करती तो आ चीज़ बन गई, इन अपना आ चीज़ बन गई। हूँ ये आ जी चीज़ है आ ई एम पॉन पाई है, ये आई डी सी रेफर आ गया आ चीज़, ठीक है। तो आप आर एफ लिखते हैं। हूँ ये आ गई आई डी सी वोल्टेज, हूँ जो आर एल की वैल्यू इनफिनिटी है तो आई डी सी इक्वल कि बराबर आ जाऊगा, ठीक है, ई एम पॉन पाई इंटू आर एल डेट इज 0, ठीक है। तो ई डी सी के बराबर है ई एम पॉन पाई, क्योंकि आई डी सी वैल्यू 0 होगी तो अपने को ई डी सी के बराबर है ई एम पॉन पाई। हूँ ये वैल्यू सारी उच्च पुट कर दो फुल लोड के उत्ते, आ फुल लोड है क्योंकि आर एल की वैल्यू की है इनफिनिटी, तो ई एम पॉन पाई आ गया, तो बाकी नॉर्मल लोड पर अपने को आ चीज़ आ गई, इन फुल फुल लोड पर आ गई, ठीक है। तो आप इन जी कट्टी जाने कट दो तो अपने को आ वोल्टेज रेगुलेशन का फार्मूला आ जाएगा, ठीक है। उस तो बाद अपना नैक्सट है जो हो गया फुल वेव रेक्टिफायर। फुल वेव रेक्टिफायर के दो तरह के होंगे, एक सेंटर टैप एंपली सेंटर टैप अपना जो फुल वेव रेक्टिफायर होंगे, एक ब्रिज रेक्टिफायर होंगे। फुल वेव रेक्टिफायर दो तरह के हैं, एक तो सेंटर टैप ट्रांसफार्मर आप यूज़ करके बनाने, एक आप सिंपल ट्रांसफार्मर जो हम यूज़ किया वही यूज़ कर लें। वो ब्रिज रेक्टिफायर होंगे, वो की दो डायड यूज़ करते हैं उपर वाले सेंटर टैप ये 4 डायड यूज़ करते हैं आप। हूँ आप ब्रिज रेक्टिफायर की गल करेंगे। आ फुल वेव रेक्टिफायर हूँ मैं कंस्ट्रक्शन की वर्किंग ध्यान ना समझो, देखो किमें है, आ पी है ये एन, ये तुम पता होना चाहिए, ठीक है। ये सिंबल तो पता लग जाती है पी तो एन दोनों सेम डायरैक्शन जुड़े ने। आ सेंटर के पॉइंट होंगे एक, मान लो 12 वोल्ट इतने है 12 वोल्ट ही नीचे आऊगी, ठीक है। ये सेंटर टैप ट्रांसफार्मर कहते हैं। आ ट्रांसफार्मर है 12 वोल्ट आ गई, इतने 220 वोल्ट तो 12 वोल्ट बना ली, ये आप रेजिस्टेंस इतने ला दी, चाहे इधर ला दो कोई चक्कर नहीं, मतलब इतों आए कंबाइन करके ये जा रही है रेजिस्टेंस, इधरों आ सेंटर टैप ना जुड़ी है, आ दोनों डाड़े तो एस वोल्ट आप स्विच जुड़े हैं। हूँ देखो की होगा जो फस्ट हाफ साइकिल आया इसी का, देखो ये आ चीज़ है, आ पहला हाफ साइकिल आ गया, एक ही पॉजिटिव, तेरा मतलब कि जो पहला हाफ साइकिल आया तो आ चीज़ बन गई पॉजिटिव, तो आ चीज़ निचली की बन गई नैगेटिव। हूँ देखो जे आ पॉजिटिव है तो इतने सिरा इन्हें नैगेटिव शो कर देंगे, आ नैगेटिव है तो आ सिरा छोटा जहा पॉजिटिव हो जाएगा, ये पॉजिटिव हो जाएगा। हूँ देखो आ पॉजिटिव है, पॉजिटिव जुड़े है नैगेटिव, ये जाके रेजिस्टेंस नैगेटिव जुड़े है, यदा मतलब एक ही हो गया फॉरवर्ड बैस। हूँ इधर की हो गया आ पॉजिटिव सी या नैगेटिव जुड़ा है D2 डायड, इधरों आ पॉजिटिव जुड़ा है, यदा मतलब आ रिवर्स बैच हो गया। हूँ इस करंट किचों फ्लो करूँगा इचों, इधरों करंट फ्लो कर गया क्योंकि ये फॉरवर्ड बैच है, ये करंट फ्लो करके अपने को आउटपुट आ गया, देखो एक सेम डायरेक्शन जा रहे हैं करंट, ठीक है। हूँ इधर डायरेक्शन कि सी आ वाली, आ ध्यान रखियो, मैं हम देख लो एरो बनाया भी आ डायरेक्शन सी, हूँ अपने को आउटपुट आ गई सेम डायरेक्शन, मान लो आ अपने को आउटपुट आ गई ये आ चीज़ है, ठीक है। हूँ नैगेटिव हाफ सर्कल आ गया वाला, आ नैगेटिव हाफ सर्कल आ गया, हूँ पहला खत्म हो गया नैगेटिव हाफ, यदा मतलब आ की बन गई आ जी चीज़ है ये नैगेटिव बन गई, इतने आ नैगेटिव आ गया, ये नैगेटिव आ गया तो आ की हो जाऊगा ये पॉजिटिव हो जाएगा। हूँ देखो आ नैगेटिव पॉजिटिव जुड़ा है, आ नैगेटिव की ना जुड़ा है पॉजिटिव ने, तो ये बिच जी जाके आ पॉजिटिव जुड़ा है, यदा मतलब आ की हो गया रिवर्स बायस, हूँ इस करंट फ्लो करूँगा नहीं, ये करंट नहीं फ्लो करना, यदा मतलब इन्हें कंडक्ट नहीं करना। हूँ कंडक्ट की करूँगा क्यों, क्योंकि पॉजिटिव पॉजिटिव जुड़े है, तो हम पॉजिटिव नैगेटिव ना फिर इधर करंट जाऊगा, इधर जा रहा करंट ऊपर चले गया, इतों जाके इधर तो जा नहीं सकता क्योंकि कंडक्ट नहीं करता, तो करंट किधर जाओ इधर रेजिस्टेंस, ठीक है। हूँ डायरेक्शन किधर होगी करंट की इधर, देखो दोनों टाइम डायरेक्शन की करंट जो तो उल्टा होंगी फिर तो आ चीज़ बन जानी सी,
ਹੁਣ ਦੋਨੇ ਡਾਇਰੈਕਸ਼ਨ ਕੀ ਹੈ, सेम है, सेम डायरेक्शन करंट फ्लो कर रहे हैं तो अपने को आउटपुट फिर उदा उपर उसी डायरेक्शन चल रही। हूँ देखो ये देखो दोनों वेव ने की है फिर उदा ही बन गया, आ पॉजिटिव आ सर्कल लगा फिर इन्हें पॉजिटिव बन गया, नैगेटिव बन गया। ठीक है, इन्हें कनैक्ट करना, एक बार इन्हें कनैक्ट करना, एक बार इन्हें कनैक्ट करना। ठीक है, ओके जी, एक मिनट। ठीक है, एक बार इन्हें कनैक्ट किया, एक ने तो अपने को फुल वेव रेक्टिफायर बन गया, तो सारी वेव इन्हें की रेक्टिफाई करती। एक बार डी जो पहला हाफ साइकिल D1 कनैक्ट करता, D2 कनैक्ट नहीं करता, दूसरे हाफ साइकिल जो नीचे वाला नैगेटिव वाला वो D1 कनैक्ट नहीं करता, D2 कनैक्ट करता। तो दोनों डायरेक्शन जो करंट फ्लो करती रेजिस्टेंस सेम है, इस करके अपने को जी दोनों वेव उपरले पासे आउणगीਆਂ, ਇਹਨੂੰ ਆਪਾਂ ਕਹਿੰਦੇ फुल वेव रेक्टिफायर। ठीक है जी, ये है सी वर्किंग और कंस्ट्रक्शन। हम आप अगे चलते हैं। जी सर्किट डायग्राम थोड़ा दिखाई दी है। वैसे आ अपने को इनपुट वेव है, पहले डायोड वन ने आ बनानी है, उपरली वेव रेक्टिफाई करती, दूसरे डायोड ने नीचे वाली रेक्टिफाई करती, जी नीचे वाली सी इनू उपर करता, तो अपने को जी रिजल्टेंट वेव है दोनों डायोड की वह बन गई। ठीक है, उस तो बाद आप अगे चलते हैं। अगे ब्रिज रेक्टिफायर हम ये डिसएडवांटेज की ने, ये सेंटर टाइप ट्रांसफार्मर की लोड़ पैंती है, स्पैशल एक ट्रांसफार्मर है। ठीक है, ये मतलब जो सेंटर टाइप ट्रांसफार्मर आप यूज़ करते हैं तो वो जी पावर आ वो घट आप यूज़ करते हैं। ਅਤੇ दूसरी पी कन्वर्स वोल्टेज आ वो शेड वन डायोड की, सेम वही केस पहला वाला भी पी कन्वर्स वोल्टेज वो घट होगी। ठीक है, ब्रिज रेक्टिफायर की है, ब्रिज रेक्टिफायर की डायग्राम आ सर्किट डायग्राम देखो पहले का देखिए मेरे बैक साइड पर। हूँ ये की सेंटर टाइप ट्रांसफार्मर नहीं आप यूज़ किया, देखो सेंटर के कोई पॉइंट नहीं, वही सिंपल जो पहला ट्रांसफार्मर आप हाफ वेव लिए वही यूज़ करना। ये की करना सारे नालों सौखा तरीका की होंगे भी दो आप पी जोड़ लेने ने, दो चार डायोड लेने ने, दो का आप पी वाला मूँह जोड़ता, दो का आप एन वाला जोड़ता, वो अलग जोड़ते जो बाकी बच गए उन्होंने आपस में जोड़ देना। देखो किवें कीता, आ मैं दो डायोड लत्ते, यदा पी सी हाँ यदा भी पी सी, इन्होंने दोनों आपस में जोड़ता। पहला सर्किट डायग्राम देखो, इन्होंने दोनों मैं आपस में जोड़ता, पहला सब यही करना। उस तो बाद मैं यदा एन ले लिया, इधरों यदा भी एन ले लिया, दो डायोड का मैं एन आपस में जोड़ता, जोड़ा एन जोड़े आ वो सिरा की बन जूगा पॉजिटिव, इतने आपने डिस्टेंस लानी है, पॉजिटिव सिरा आ गया, इनू आप डिस्टेंस ला के इधरों जो दोनों का अपना पी जोड़ा से उन्होंने नैगेटिव सिरा बना लेना, इतने आप एन लाना, इतों आप डिस्टेंस ला सारे नालों पहला ये काम करना। हूँ देखो इन्होंने दोनों का दो सिरा बच गया, डायोड का एक यदा नैगेटिव यदा पॉजिटिव सिरा बच गया, इदा ही यदा नैगेटिव यदा पॉजिटिव सिरा बच गया, इन्होंने दोनों आपस में जोड़ता, इन्होंने दोनों भी आपस में जोड़ता। हूँ जो ये देखो ये पॉजिटिव नैगेटिव बन गया, जोड़े आ दो बच गए इन्हों पर सीधा ट्रांसफार्मर जोड़ते, आप ट्रांसफार्मर जोड़ता। ठीक है, ये अपने को बन गया ब्रिज रेक्टिफायर, ये चार डायोड ने। हूँ ये वर्किंग समझ लो, वर्किंग जो समझाने पहले मैंने रफ करता खत्म करदा। हूँ देखो की होगा जो पहला हाफ साइकिल आया, आप मान लो आ अपने को AC सिग्नल देता, जो पहला हाफ साइकिल आया तो उपरला सिरा पॉजिटिव बन गया, नीचला सिरा की नैगेटिव बन गया। ठीक है, हम देखो पॉजिटिव किधर जाता, आ पॉजिटिव ले हूँ आ का इन्ना आ की है पॉजिटिव, यदा मतलब ये करंट ये फारवर्ड बायस हो गया, ये हो गया रिवर्स बायस, तो करंट इचों पास कर गया, इतने जाके ये पॉजिटिव सी आ की है एन, आ पॉजिटिव है, यदा मतलब आ पॉजिटिव इन्ना आ रहा है, इन्ना का इन्हें रिवर्स बायस हो गया, इन्हें कनैक्ट नहीं करता, ये इधर में करंट चले गया। ठीक है, इतने जाके की सी आ पॉजिटिव है, आ तो रिवर्स बायस है, आ नैगेटिव है, तो ये कनैक्ट कर गया क्योंकि इधरों ठीक है इधरों नैगेटिव तो ऐ करंट फ्लो कर गया। हम देखो रेजिस्टेंस करंट फ्लो करने की डायरेक्शन कि आ इधर। ठीक है, हम देखो जो इन्होंने कनैक्ट किया आ दोनों की रिवर्स बायस सी, आ डायोड D1 तो D4 की रिवर्स बायस सी। हूँ एक टाइम पर दो डायोड रिवर्स बायस हो गए, यदा मतलब पी कन्वर्स वोल्टेज बढ़ गई, ये पॉइंट अगे अपना आऊगा पी कन्वर्स वोल्टेज बढ़ी क्यों, तो मैं हुणे रीजन दस रहा, दो डायोड एट ए टाइम सेम टाइम पर दोनों पैरल दोनों रिवर्स बायस ने, पहला एक होंदा सी वो पी कन्वर्स वोल्टेज घट, ये पी कन्वर्स वोल्टेज डबल है प्लस पॉइंट, तो प्लस यदी एफिशिएंसी भी ज़्यादा होगी। ठीक है, हूँ जो सैकेंड हाफ सर्कल आया तो की बन गया नैगेटिव, आ की बन गया पॉजिटिव। हूँ जो आप इधर चलते हैं पॉजिटिव नैगेटिव चलते हैं। ठीक है, क्योंकि करंट आप पॉजिटिव नैगेटिव फ्लो करना, हूँ आप इधरों चल पॉजिटिव इधर चला गया, इतने जाके आ रिवर्स हो गया, ये भी रिवर्स हो गया, आ फॉरवर्ड हो गया तो करंट इधर चला गया, इतने जाके आ भी रिवर्स है, इधरों करंट फ्लो करना तो इधर लग गया। देखो दोनों हम देखो दोनों ही वार से करंट की डायरेक्शन सेम है। ठीक है, तो इधर चला गया, इतने जाके आ रिवर्स है, इनू इधर जाना नहीं तो उपर में जाऊगा तो इधर पहुँच गया। ठीक है, हम देखो नैगेटिव हाफ सर्कल के भी पॉजिटिव हाफ सर्कल के एक बार वो डायोड आ अपने को आउटपुट वोल्टेज। ठीक है,
ਹੁਣ ਇੱਕ ਵਾਰ ਦੋ ਡਾਇਟ ਆਹ ਰਿਵਰਸ ਹੋਇਆ ਸੀ, ਆਹ ਫਾਰਵਰਡ ਸੀਗਾ, ਫਿਰ ਆਹ ਰਿਵਰਸ ਹੋ ਗਏ, ਠੀਕ ਹੈ, ਇਹ ਫਾਰਵਰਡ ਹੋ ਗਏ, ਠੀਕ ਹੈ। ਇਹਨੂੰ ਆਪਾਂ ਕਹਿੰਦੇ ਹਾਂ ਬ੍ਰਿਜ ਰੈਕਟੀਫਾਇਰ, ਠੀਕ ਹੈ। ਮੋਸਟਲੀ ਆਪਾਂ ਇਹੀ ਯੂਜ਼ ਕਰਦੇ ਹਾਂ ਸਾਰੇ ਕਿਤੇ, ਠੀਕ ਹੈ। ਹੁਣ ਆਪਾਂ ਇਹ ਜੀ ਆਓ ਤੇ ਸਾਰੀ ਆਊਟਪੁੱਟ ਆ ਜੋ ਪਹਿਲਾਂ ਵਾਲੀ ਹੈ ਸਾਰਿਆਂ ਨੂੰ, ਠੀਕ ਹੈ। ਐਡਵਾਂਟੇਜ ਡਿਸਐਡਵਾਂਟੇਜ ਉਹ ਤੁਹਾਨੂੰ ਦੱਸਦੀ ਹੈ ਵੀ ਸੈਂਟਰ ਟੈਪ ਟਰਾਂਸਫਾਰਮਰ ਦੀ ਲੋੜ ਨਹੀਂ, ਅਤੇ ਇਹਦੀ ਪੀਕ ਇਨਵਰਸ ਵੋਲਟੇਜ ਜ਼ਿਆਦਾ ਹੁੰਦੀ ਹੈ ਸੈਂਟਰ ਟੈਪ ਨਾਲੋਂ, ਅਤੇ ਪਲੱਸ ਫੁੱਲ ਜਿਹੜੇ ਬ੍ਰਿਜ ਰੈਕਟੀਫਾਇਰ ਟੂ ਡਾਇਟ ਕੰਡਕਟ ਕਰਦੇ ਆ ਐਟ ਸੇਮ ਟਾਈਮ 'ਤੇ, ਠੀਕ ਹੈ। ਡਿਸਐਡਵਾਂਟੇਜ ਕੀ ਹੈ, ਅਨ ਇਕਨੋਮਿਕਲੀ ਹੈ, ਰਿਕੁਆਇਰਡ 4 ਡਾਇਟ, ਕਿਉਂਕਿ ਇਹਨੂੰ ਜ਼ਿਆਦਾ ਡਾਇਟ ਚਾਹੀਦੇ ਨੇ, ਠੀਕ ਹੈ, ਇਸ ਕਰਕੇ ਅਨ ਇਕਨੋਮਿਕਲੀ, ਠੀਕ ਹੈ। ਇਹ ਡਾਇਟ ਜਿਹੜੇ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਨੇ, ਠੀਕ ਹੈ, ਵੋਲਟੇਜ ਡ੍ਰੌਪ ਡਬਲ ਹੋ ਜਾਂਦੀ ਹੈ, ਠੀਕ ਹੈ, ਇਹ ਚੀਜ਼ਾਂ ਨੇ, ਠੀਕ ਹੈ। ਅੱਗੇ ਫੁੱਲ ਵੇ ਰੈਕਟੀਫਾਇਰ ਤੇ ਆਪਾਂ ਮੈਥਮੈਟੀਕਲ ਪੋਰਸ਼ਨ ਕਰਨਾ, ਜਿਵੇਂ ਆਪਾਂ ਹਾਫ ਵੇ ਰੈਕਟੀਫਾਇਰ ਦਾ ਕੀਤਾ ਸੀ ਮੈਥਮੈਟੀਕਲ ਪੋਰਸ਼ਨ, ਉੱਦਾਂ ਹੀ ਹੁਣ ਆਪਾਂ ਫੁੱਲ ਦਾ ਕਰਨਾ। ਕਹਿੰਦਾ ਦਾ ਇੰਸਟੈਂਟੇਨੀਅਸ ਵੈਲਿਊ ਆਫ ਅਪਲਾਈਡ ਵੋਲਟੇਜ ਰਾਈਟ ਓਵਰ D1 D2, ਤਾਂ EM ਇਕੁਅਲ ਟੂ E1 ਆ ਜੂਗੀ ਇੱਕ ਤਾਂ, ਪਹਿਲੇ D1 ਦੀ ਜ਼ਰੂਰਤ ਲਈ EM ਸਾਈਨ ਆਫ ਥੀਟਾ, ਜਿਹੜੀ E2 ਆ ਜੂਗੀ ਉਹ EM ਸਾਈਨ ਆਫ ਥੀਟਾ ਪਲੱਸ ਪਾਈ ਆ ਜੂ। ਸਾਈਨ ਆਫ ਥੀਟਾ ਪਲੱਸ ਪਾਈ ਕਿਉਂ ਆਇਆ, ਕਿਉਂਕਿ ਪਾਈ ਬਾਅਦ ਉਹ ਨੀਚੇ ਨੂੰ ਹੋਗੀ, ਨੀਚੇ ਨੂੰ ਹੁੰਦੀ ਨਾ, ਪਹਿਲਾਂ ਤਾਂ ਉੱਪਰਲੀ ਸੀ ਫਿਰ ਨੀਚੇ ਨੂੰ ਹੋਗੀ, ਉਹ ਨੈਗੇਟਿਵ ਵਾਲੀ ਆ ਗਈ, ਇਸ ਕਰਕੇ ਆਪਾਂ ਨੂੰ ਥੀਟਾ ਪਲੱਸ ਪਾਈ ਪਲੱਸ ਥੀਟਾ ਕਹਿਤਾ ਅੱਗੇ, ਜਿਹੜਾ ਸਾਈਨ ਥੀਟਾ ਆਈ, ਥੀਟਾ ਪਲੱਸ ਪਾਈ ਕਰਤਾ, ਉਹ ਥੀਟਾ ਪਲੱਸ ਪਾਈ ਮਾਈਨਸ ਸਾਈਨ ਥੀਟਾ ਤਾਂ ਮਾਈਨਸ ਹੀ ਆ ਗਿਆ, ਠੀਕ ਹੈ। ਤਾਂ ਆਪਣੇ ਕੋਲ E2 ਦੀ ਵੈਲਿਊ ਆ ਜਾਏਗੀ EM ਸਾਈਨ ਆਫ ਥੀਟਾ। ਫਾਰਵਰਡ ਰੈਜ਼ਿਸਟੈਂਸ ਜਿਹੜੀ ਡਾਇਟ ਦੀ RF ਆ, ਲੋਡ ਰੈਜ਼ਿਸਟੈਂਸ RL ਹੈ। ਦੈਨ ਇਫ ਦਾ ਇੰਸਟੈਂਟੇਨੀਅਸ ਕਰੰਟ ਥਰੂ ਦਾ ਡਾਇਟ ਕਹਿੰਦਾ D1 ਦੇ ਵਿੱਚੋਂ I1 ਕਰੰਟ ਫਲੋ ਕਰ ਰਿਹਾ, D2 ਦੇ ਵਿੱਚੋਂ ਆਪਾਂ ਹੁਣ D1 ਜਿਹੜਾ ਕਰੰਟ ਫਲੋ ਕਰ ਰਿਹਾ, D2 ਦੇ ਵਿੱਚੋਂ I2 ਕਰੰਟ ਫਲੋ ਕਰ ਰਿਹਾ, ਇੱਕ ਦੇ ਵਿੱਚੋਂ I1 ਕਰੰਟ ਫਲੋ ਕਰ ਰਿਹਾ, ਇੱਕ ਦੇ ਵਿੱਚੋਂ I2 ਕਰੰਟ ਫਲੋ ਹੋ ਰਿਹਾ। ਹੁਣ ਆਪਾਂ ਟੋਟਲ ਆਪਾਂ ਉਹਦੀ ਵੈਲਿਊ ਕੱਢਣੀ ਹੈ, ਇੰਸਟੈਂਟੇਨੀਅਸ ਵੈਲਿਊ ਕਿਵੇਂ ਕੱਢਾਂਗੇ, I ਇਜ਼ ਇਕੁਅਲ ਟੂ ਕਰਲੀ ਬ੍ਰੈਕਟ I1 ਪਲੱਸ I2, ਕਰੰਟ ਤਾਂ ਦੋਨਾਂ 'ਚ ਫਲੋ ਕਰ ਰਿਹਾ, I1 ਪਲੱਸ I2 ਲਿਖਾਂਗੇ ਦੋਨਾਂ ਡਾਇਟ ਦੇ ਵਿੱਚ। ਤਾਂ ਦੇਖੋ EM ਸਾਈਨ ਆਫ ਥੀਟਾ ਪਹਿਲਾਂ I1 ਦੇ ਵਿੱਚ, ਸਾਈਨ ਆਫ ਥੀਟਾ RF ਪਲੱਸ R ਪਲੱਸ 0, I2 ਦੀ ਵੈਲਿਊ ਕਿੰਨੀ ਹੈ 0, ਕਿਉਂਕਿ I2 ਕਿੱਥੇ ਕੰਟਰੋਲ ਹੈਗਾ ਦੂਸਰੇ ਤਾਂ ਕੰਡਕਟ ਨਹੀਂ ਕਰ ਰਿਹਾ, ਡਾਇਟ D1 ਕੰਡਕਟ ਕਰ ਰਿਹਾ, D2 ਕੰਡਕਟ ਨਹੀਂ ਕਰ ਰਿਹਾ, ਐਟ ਏ ਟਾਈਮ ਇੱਕ ਹੀ ਦੋ ਡਾਇਟ ਕੰਡਕਟ ਕਰਦੇ, ਦੂਸਰੇ ਦੋ ਡਾਇਟ ਦੇ ਵਿੱਚ ਕਰੰਟ 0 ਹੈ, ਤਾਂ ਆਪਾਂ ਨੂੰ 0 ਲਿਖਤਾ, 0 ਪਲੱਸ ਥੀਟਾ। ਜਦੋਂ ਇਹਦੇ ਵਿੱਚ ਲਾਈ ਕਰ ਦੇਖੋ ਧਿਆਨ ਨਾਲ, ਮੈਂ ਤੁਹਾਨੂੰ ਇੱਕ ਵਾਰ ਦਿਖਾ ਵੀ ਨਾ ਸਰਕਟ ਡਾਇਗ੍ਰਾਮ ਕਿਵੇਂ ਬਣਾਇਆ ਹੈ। ਆਹ ਦੇਖੋ ਆਹ ਚੀਜ਼, ਜਦੋਂ ਆਹ ਸਰਕਲ ਆਇਆ ਤਾਂ ਆਹ ਤਾਂ ਕੰਡਕਟ ਨਹੀਂ ਕਰ ਰਿਹਾ, ਇਹਦੀ ਵੈਲਿਊ ਕੀ ਹੈ 0, ਠੀਕ ਹੈ। ਫਿਰ ਆਹ ਕੰਡਕਟ ਕਰ ਰਿਹਾ, ਇਹਦੀ ਵੈਲਿਊ ਕੀ ਹੈ 0, ਤਾਂ ਆਪਾਂ ਉਹੀ ਚੀਜ਼ ਲਿਖੀ ਹੈ, ਠੀਕ ਹੈ। I1 ਪਲੱਸ I2 EM ਲਿਖਦਾ ਪੂਰਾ ਪਲੱਸ 0 ਲਿਖਦਾ, ਜਦੋਂ ਥੀਟਾ ਤੋਂ ਲੈ ਕੇ ਪਾਈ ਤੱਕ, 0 ਤੋਂ ਲੈ ਕੇ ਪਾਈ ਤੱਕ। ਫਿਰ I1 ਪਲੱਸ 2 ਇਹਦੀ ਵੈਲਿਊ 0 ਹੋ ਗਈ, ਹੁਣ ਇਹਦੀ ਵੈਲਿਊ ਹੈਗੀ ਹੈ, ਇਹਦੀ ਵੈਲਿਊ ਕਿੰਨੀ ਹੁਣ ਮਾਈਨਸ ਕੱਢੀ ਸੀ ਆਪਾਂ ਨੇ, ਮਾਈਨਸ EM ਸਾਈਨ ਆਫ ਥੀਟਾ RF ਪਲੱਸ RL, ਇਹ ਕਰਨਾ ਪਾਈ ਤੋਂ ਲੈ ਕੇ 2 ਪਾਈ ਤੱਕ। ਹੁਣ ਮੈਕਸਿਮਮ ਵੈਲਿਊ ਇਹਦੀ ਕਿੰਨੀ ਹੋਊਗੀ, ਜਦੋਂ ਸਾਈਨ ਥੀਟਾ ਦੀ ਵੈਲਿਊ 1 ਹੋਵੇ, ਤਾਂ ਸਾਈਨ ਥੀਟਾ ਦੀ ਵੈਲਿਊ 1 ਪੁੱਟ ਕਰ ਦੋਨੋਂ ਦੇ, ਤਾਂ ਕਿੰਨੀ ਆ ਜੂਗੀ EM ਹੁਣ RF ਪਲੱਸ RL। ਹੁਣ ਆਪਾਂ ਉੱਦਾਂ ਹੀ DC ਦੀ ਵੈਲਿਊ ਕੱਢਣੀ ਹੈ, ਐਵਰੇਜ ਵੈਲਿਊ, ਉਹ ਕਿਵੇਂ ਕੱਢਾਂਗੇ, IDC ਨੂੰ 1.2 ਪਾਈ 0 ਤੋਂ ਪਾਈ IT ਥੀਟਾ, ਸੇਮ ਉਹੀ ਪ੍ਰੋਸੈਸ ਆ ਜੋ ਪਹਿਲਾਂ ਆਪਾਂ ਕਰਕੇ ਹਟੇ, ਇਹਨੂੰ ਫਿਰ ਦੋ ਇੰਟੀਗ੍ਰੇਸ਼ਨ ਬ੍ਰੇਕ ਕਰ ਲਿਆ, 0 ਤੋਂ ਪਾਈ ਤੋਂ 2 ਪਾਈ ਤੱਕ। ਹੁਣ ਦੇਖੋ IDC ਕੋਲ 1.2 ਪਾਈ ਬਾਹਰ ਲਿਖ ਲਿਆ, ਵਿੱਚ ਰਹਿ ਗਿਆ ਕਾਂਸਟੈਂਟ ਚੀਜ਼ਾਂ ਬਾਹਰ ਕੱਢਦੀਆਂ, ਠੀਕ ਹੈ। ਵਿੱਚ ਕੀ ਰਹਿ ਗਿਆ ਸਾਈਨ ਆਫ ਥੀਟਾ, ਠੀਕ ਹੈ, ਇਨਟੂ ਡੀ ਥੀਟਾ। ਇਸ ਤੋਂ ਬਾਅਦ EM ਫੋਨ ਅੱਜ ਵੀ ਕੌਮ ਕਰ ਲਿਆ, ਇਹ ਜੋ ਪਾਈ ਤੋਂ ਲੈ ਕੇ 2 ਪਾਈ ਲਿਖਤਾ, ਨਾਲ ਮਾਈਨਸ ਸਾਈਨ ਆਫ ਥੀਟਾ ਆ ਗਿਆ, ਪਤਾ ਨਹੀਂ ਕਿੱਥੋਂ ਆਇਆ ਮਾਈਨਸ, ਕਿਉਂਕਿ ਆਪਾਂ ਆਹ ਵੈਲਿਊ ਭਰਨੀ ਆ, ਆਹ ਵਾਲੀ, ਆਹ ਤਾਂ 0 ਹੀ ਹੈ, ਤਾਂ ਆਹ ਚੀਜ਼ ਭਰਤੀ, ਇਹਦੇ 'ਚ EM ਫੋਨ RF ਪਲੱਸ RL ਬਾਹਰ ਨਿਕਲ ਗਿਆ, ਤਾਂ ਆਪਣੇ ਕੋਲ ਆਹ ਚੀਜ਼ ਰਹੀ। ਹੁਣ ਆਪਾਂ ਇਹਨਾਂ ਦੋਨੇ ਇੰਟੀਗ੍ਰੇਸ਼ਨ ਕਰਤੀ, ਸਾਈਨ ਥੀਟਾ ਦੀ ਕਾਸ ਥੀਟਾ ਆ ਗਈ, ਕਾਸ ਥੀਟਾ ਆ ਗਈ, ਇਹਦੀ ਕਾਸ ਥੀਟਾ ਆ ਗਈ, ਅੱਪਰ ਲਿਮਟ ਮੈਂ 2 ਮਿੰਟ ਕਰਤਾ, ਇਹਦਾ 2 ਆ ਗਿਆ, ਇਹਦਾ ਵੀ 2 ਆ ਗਿਆ, ਤਾਂ 2 ਨਾਲ 2 ਆ ਇੱਕ ਕੱਟਿਆ ਗਿਆ, 4 2 ਰਹਿ ਗਿਆ, ਤਾਂ ਇਹ ਆ ਜਾਏਗਾ 2 ਪਾਈ EM ਪੌਨ RF ਪਲੱਸ RL। ਹੁਣ ਦੇਖੋ ਇਹਦੀ ਵੈਲਿਊ ਕਿੰਨੀ ਹੈ IM, ਤਾਂ ਆਪਾਂ IM ਪੁੱਟ ਕਰਤਾ। ਹੁਣ ਇੱਕ ਗੱਲ ਧਿਆਨ ਰੱਖੋ, ਜਿਹੜਾ ਪਹਿਲਾਂ ਆਪਾਂ ਹਾਫ ਵੇ ਰੈਕਟੀਫਾਇਰ ਕੀਤਾ ਸੀਗਾ, ਉਹਦੇ ਵਿੱਚ ਜਿਹੜੀ ਇਹਦੀ ਵੈਲਿਊ ਆਈ ਸੀ ਉਹਦੇ ਵਿੱਚ 2 ਨਹੀਂ ਸੀ, ਤਾਂ IDC ਕਿਹਦੇ ਬਰਾਬਰ ਸੀਗਾ IM ਪੌਨ ਪਾਈ, ਪਰ ਹੁਣ 'ਚ ਕਿੰਨਾ ਆ ਗਿਆ 2 IM ਪੌਨ ਪਾਈ। ਇਹਦਾ ਮਤਲਬ DC ਕਰੰਟ ਵੱਧ ਗਿਆ, ਡਬਲ ਹੋ ਗਿਆ, ਪਹਿਲਾਂ ਕੀ ਸੀ ਘੱਟ, ਹੁਣ ਡਬਲ ਹੋ ਗਿਆ, ਇਹਦਾ ਮਤਲਬ ਇਹਦੀ DC ਕਰੰਟ ਦੀ ਵੈਲਿਊ ਵੱਧ ਗਈ, ਠੀਕ ਹੈ। ਅੱਗੇ ਆ ਗਿਆ 4 ਸੀਰੀਜ਼ ਨਾਲ ਕਰਨਾ ਹੈ, ਤੁਸੀਂ ਕਰਨ ਦੀ ਲੋੜ ਨਹੀਂ, ਠੀਕ ਹੈ। ਆਪਾਂ ਇਹਨਾਂ IDC ਵੈਲਿਊ ਆਪਾਂ ਕੱਢ ਲਈ ਹੈ। ਹੁਣ ਆਪਾਂ ਅੱਗੇ ਚੱਲਦੇ ਹਾਂ, ਆਪਾਂ ਕਰਨੀ ਹੈ ਰੂਟ ਮੀਨ ਸਕੇਅਰ ਵੈਲਿਊ ਆਫ AC ਕਰੰਟ, ਠੀਕ ਹੈ, VRMS। ਇਹ ਤੁਹਾਨੂੰ ਦੱਸ ਹੀ ਦਿੱਤਾ, ਟੇਕਿੰਗ ਦਾ ਸਕੇਅਰ ਰੂਟ ਆਫ ਐਵਰੇਜ ਆਫ ਹੋਲ ਦਾ ਸਾਈਕਲ, ਸਕੇਅਰ ਆਫ ਦਾ ਹੋਲ ਸਾਈਕਲ। ਆਪਾਂ ਉਹਦੀ I ਰੂਟਸ ਮੀਨ ਸਕੇਅਰ ਵੈਲਿਊ ਅੰਡਰ ਰੂਟ 1.2 ਪਾਈ 0 ਤੋਂ ਪਾਈ I ਸਕੇਅਰ ਡੀ ਥੀਟਾ, ਅੰਡਰ ਰੂਟ ਦਾ ਸਕੇਅਰ ਕਰਤਾ, ਤਾਂ ਆਪਾਂ ਬਾਅਦ 'ਚ ਬਣ ਗਈ। ਹੁਣ 2 ਬ੍ਰੇਕ ਕਰ ਲਿਆ I ਸਕੇਅਰ ਥੀਟਾ, ਇਹ ਪਤਾ ਨਾ ਬ੍ਰੇਕ ਕਰਨ ਦਾ ਮਤਲਬ, ਕਿਉਂਕਿ ਇੱਕ 0 ਤੋਂ ਪਾਈ ਤੱਕ ਵੈਲਿਊ ਪਲੱਸ ਵਾਲੀ ਹੈ, ਉਸ ਤੋਂ ਬਾਅਦ ਪਾਈ ਤੋਂ ਲੈ ਕੇ 2 ਪਾਈ ਤੱਕ ਵੈਲਿਊ ਮਾਈਨਸ ਵਾਲੀ ਹੈ, ਉਹ 'ਚ ਪਾਈ ਤੋਂ 2 ਪਾਈ ਤੱਕ ਵੈਲਿਊ 0 ਹੁੰਦੀ ਸੀ,
ਹਾਫ ਵੇਵ 'ਚ ਹੁਣ ਇਹ 'ਚ ਹੈਗੀ ਹੈ। ਤਾਂ ਆਪਾਂ ਦੋਨਾਂ ਦੀ ਵੈਲਿਊ ਸਾਇੰਸ ਕੇ ਥੀਟਾ ਸਾਇੰਸ ਕੇ ਥੀਟਾ, ਹੁਣ ਦੋਨਾਂ ਦੀ ਵੈਲਿਊ ਆਪਾਂ ਪਹਿਲਾਂ ਸੋਲਵ ਕਰਕੇ ਆਏ ਹਾਂ। ਸਾਇੰਸ ਕੇ 1 ਮਾਈਨਸ ਕਾਸ ਥੀਟਾ 2 ਥੀਟਾ ਡਿਵਾਈਡ ਬਾਈ 2, ਇਹਦੇ ਵੀ 1 ਮਾਈਨਸ 2 ਕਾਸ 2 ਥੀਟਾ ਡਿਵਾਈਡ ਬਾਈ 2। ਅਪਰ ਲਿਮਟ ਮੈਨੂੰ ਲਿਮਟ ਆਹ ਕਾਸ ਆਫ 2 ਥੀਟਾ ਦੀ ਵੈਲਿਊ 0 ਹੁੰਦੀ ਹੈ, ਠੀਕ ਹੈ। ਤਾਂ ਆਪਾਂ ਇਹ ਵੈਲਿਊ ਪੁੱਟ ਕਰਤੀ, ਤਾਂ ਆਪਣੇ ਕੋਲ ਇਹ ਵੈਲਿਊ ਆ ਜੂਗੀ ਪਾਈ ਬਾਈ 2, ਇਹਦੀ ਵੀ ਪਾਈ ਬਾਈ 2, ਇਹ ਦੋਨੇ ਵੈਲਿਊ ਪੁੱਟ ਕਰਤੀਆਂ। ਪਾਈ ਬਣ ਗਿਆ, ਪਾਈ ਨਾਲ ਪਾਈ ਕੱਟਿਆ ਗਿਆ, ਤਾਂ ਆਪਣੇ ਕੋਲ ਆਈ ਆਰ ਐਮ ਐਸ ਦੀ ਆ ਗਈ 1/2 ਆਈ ਐਮ ਦਾ ਸਕੇਅਰ। ਹੁਣ ਦੇਖੋ ਰੂਟ ਮੀਨ ਸਕੇਅਰ ਵੈਲਿਊ ਘਟ ਗਈ, ਪਹਿਲਾਂ ਕੁਝ ਹੋਰ ਸੀਗੀ 2 ਸੀਗੀ, ਹੁਣ ਇੱਥੇ ਸਿੰਗਲ ਆ ਗਈ ਆਈ ਐਮ ਪੌਨ √2। ਹੁਣ ਆਪਾਂ ਐਫੀਸ਼ੀਐਂਸੀ ਕੱਢਣੀ ਹੈ। ਐਫੀਸ਼ੀਐਂਸੀ ਕੀ ਹੈ? ਰੇਸ਼ੋ ਆਫ ਦਾ ਡੀਸੀ ਆਊਟਪੁੱਟ ਪਾਵਰ ਟੂ ਦਾ ਏਸੀ ਹੁੰਦਾ, ਠੀਕ ਹੈ। ਡੀਸੀ ਡਿਵਾਈਡ ਬਾਈ ਏਸੀ, ਪੀ ਡੀਸੀ ਇਜ਼ ਇਕੁਅਲ ਟੂ ਆਈ ਡੀਸੀ ਦਾ ਸਕੇਅਰ ਆਰ ਐਲ ਆਈ ਪੀ, ਕਿਉਂਕਿ ਜਿਹੜੀ ਪਾਵਰ ਹੁੰਦੀ ਹੈ ਆਈ ਸਕੇਅਰ ਆਰ ਹੁੰਦੀ ਹੈ, ਠੀਕ ਹੈ। ਆਈ ਡੀ ਸੀ ਦਾ ਸਕੇਅਰ ਇੰਟੂ ਆਰ ਐਲ, ਪੀ ਏ ਸੀ ਇੱਥੇ ਆਊਗਾ, ਆਈ ਆਰ ਐਮ ਐਸ ਦਾ ਸਕੇਅਰ ਆਰ ਐਲ ਪਲੱਸ ਕੈਪੀਟਲ ਆਰ, ਇੱਥੇ ਆਰ ਐਫ ਆਉਣਾ, ਠੀਕ ਹੈ। ਹੁਣ ਇਹ ਦੋਨਾਂ ਦੀ ਵੈਲਿਊ ਪੁੱਟ ਕਰ ਦਿਓ, ਆਈ ਡੀ ਸੀ ਅਤੇ ਆਰ ਐਫ ਦੀ ਆਹ ਵੈਲਿਊ ਪੁੱਟ ਕਰਤੀ ਆਪਣੇ। ਫਿਰ ਆਪਾਂ ਇਹ ਦੋਨੇ ਵੈਲਿਊ ਵਿੱਚ ਪੁੱਟ ਕਰ ਦੇਣੀ ਹੈ ਪਾਵਰ ਡੀ ਸੀ ਦੇ ਵਿੱਚ, ਇਹਦੇ ਦੋਨੇ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲ ਆਹ ਰਿਜ਼ਲਟੈਂਟ ਆ ਗਿਆ। ਹੁਣ ਆਪਾਂ ਇਹਨੂੰ ਸੋਲਵ ਕਰਨਾ, ਸੋਲਵ ਕਰਨ ਲਈ ਦੇਖੋ ਕੀ ਕਰਨਾ, ਜਿਹੜੀ ਚੀਜ਼ਾਂ ਬਾਹਰ ਕੱਢਣੀਆਂ ਆਰ ਐਫ, ਹੁਣ ਆਰ ਐਫ ਨਾਲ ਆਰ ਐਲ ਨੂੰ ਡਿਵਾਈਡ ਕਰਤਾ ਤਾਂ ਆਪਣੇ ਬਾਅਦ 'ਚ ਆ ਗਈ। ਹੁਣ ਆਰ ਐਫ ਦੀ ਵੈਲਿਊ ਵੈਰੀ ਵੈਰੀ ਲੈਸ ਦਿੰਦਾ, ਕਿਉਂਕਿ ਜਿਹੜੀ ਡਾਇਟ ਦੀ ਫਾਰਵਰਡ ਡਿਸਟੈਂਸ ਬਹੁਤ ਜ਼ਿਆਦਾ ਘੱਟ ਹੈ ਐਜ਼ ਕੰਪੇਅਰ ਟੂ ਲੋਡ ਡਿਸਟੈਂਸ, ਤਾਂ ਆਪਾਂ ਇਹਨੂੰ ਨੈਗਲੈਕਟ ਕਰ ਦਾਂਗੇ। ਤਾਂ ਆਪਣੇ ਕੋਲ ਦੇਖੋ ਇਹਨੂੰ ਐਫੀਸ਼ੀਐਂਸੀ ਕਿੰਨੀ ਆ ਗਈ 81.2%, ਉਹਦੀ ਕਿੰਨੀ ਸੀ 40। ਹਾਫ ਵੇਵ ਰੈਕਟੀਫਾਇਰ ਦੀ ਸਿਰਫ 40% ਐਫੀਸ਼ੀਐਂਸੀ, ਇਹਦੀ ਕਿੰਨੀ 81.81% ਐਫੀਸ਼ੀਐਂਸੀ ਹੈ, ਬਹੁਤ ਜ਼ਿਆਦਾ ਐਫੀਸ਼ੀਐਂਸੀ ਡਬਲ ਹੋ ਗਈ ਉਹ ਤੋਂ, ਠੀਕ ਹੈ। ਹੁਣ ਰਿਪਲ ਫੈਕਟਰ ਦੇਖੋ ਇਹਦਾ ਕੀ ਹੈ। ਰਿਪਲ ਫੈਕਟਰ ਦੀ ਸਮਾਲ ਅਮਾਊਂਟ ਆਫ ਇੰਪਿਓਰਟੀਜ਼ ਆ ਇਨ ਆਊਟਪੁੱਟ ਦੇ ਵਿੱਚ, ਕਹਿੰਦਾ ਦਾ ਰੇਸ਼ੋ ਆਫ ਦਾ ਰੂਟ ਮੀਨ ਸਕੇਅਰ ਵੈਲਿਊ ਆਫ ਏਸੀ ਕੰਪੋਨੈਂਟ ਟੂ ਦਾ ਡੀਸੀ ਕੰਪੋਨੈਂਟ ਆਫ ਦਾ ਰੈਕਟੀਫਾਇਰ ਆਊਟਪੁੱਟ, ਗਾਮਾ ਲਿਖੋ ਆਈ ਡੀ ਸੀ ਪੌਨ ਆਈ ਏ ਸੀ ਪੌਨ ਆਈ ਡੀ ਸੀ। ਆਈ ਏ ਸੀ ਉੱਦਾਂ ਹੀ ਕੱਢਣਾ, ਆਰ ਐਮ ਐਸ ਕਰਕੇ ਆਈ ਏ ਸੀ ਦੀ ਵੈਲਿਊ ਕੱਢ ਲਈ, ਠੀਕ ਹੈ। ਆਹ ਵਾਲੀ ਹੁਣ ਇਹ ਵੈਲਿਊ ਪੁੱਟ ਕਰਤੀ, ਫਿਰ ਦੋਨਾਂ ਨੂੰ ਡਿਵਾਈਡ ਕਰਤਾ ਆਈ ਡੀ ਸੀ ਨਾਲ, ਠੀਕ ਹੈ। ਆਈ ਐਮ ਆਰ ਐਮ ਐਸ ਅਤੇ ਆਈ ਡੀ ਸੀ ਦੀ ਵੈਲਿਊ ਪੁੱਟ ਕਰਤੀ, ਪਾਈ ਪੌਨ ਦਿਸ ਵਨ। ਹੁਣ ਜਦੋਂ ਆਪਾਂ ਇਹਦੀ ਵੈਲਿਊ ਸਾਰਾ ਕੁਝ ਕੱਟ ਕਟਾ ਕੇ ਆਪਾਂ ਵੈਲਿਊ ਪੁੱਟ ਕਰਾਂਗੇ ਤਾਂ ਕਿੰਨਾ ਆ ਗਿਆ 0.84%। ਹੁਣ ਦੇਖੋ ਉਹਦੇ 'ਚ ਸੀਗਾ 1.21 ਆਈ ਡੀ ਸੀ ਬਰਾਬਰ, ਇੱਥੇ ਕੀ ਹੈ 0.01, ਇਹਦਾ ਮਤਲਬ ਏ ਜਿਹੜਾ ਏ ਸੀ ਕਰੰਟ ਆ ਉਹ ਘਟ ਗਿਆ। ਜੇ ਆਪਾਂ ਇਹ 'ਚ ਵੈਲਿਊ ਪੁੱਟ ਕਰਦੇ ਨਾ ਇੱਥੇ, ਤਾਂ ਆਈ ਏ ਕਿਹਦੇ ਬਰਾਬਰ ਆ ਜਾਊਗਾ 0.48 ਆਈ ਡੀ ਸੀ ਦੇ ਬਰਾਬਰ। ਇਹਦਾ ਮਤਲਬ ਏ ਸੀ ਦੀ ਵੈਲਿਊ ਬਹੁਤ ਜ਼ਿਆਦਾ ਘਟ ਗਈ ਐਜ਼ ਕੰਪੇਅਰ ਡੀ ਸੀ, ਉਹ 'ਚ ਬਹੁਤ ਜ਼ਿਆਦਾ ਹੋਈ। ਇੱਦਾਂ ਹੀ ਵੋਲਟੇਜ ਰੈਗੂਲੇਸ਼ਨ, ਆਹ ਫਾਰਮੂਲਾ ਤੁਹਾਨੂੰ ਦੱਸਿਆ ਹੈ ਪਹਿਲਾਂ, ਠੀਕ ਹੈ। ਇਹ 'ਚ ਆਪਾਂ ਫੁੱਲ ਲੋਡ ਤੇ ਪਹਿਲਾਂ ਕੱਢ ਲੈਣੀ ਹੈ ਆਈ ਡੀ ਸੀ ਦੀ 2 ਈ ਐਮ ਫਰੋਮ ਦਿਸ ਵਨ, ਠੀਕ ਹੈ। ਕਰਨਾ ਕਰ ਲਿਓ, ਕੋਈ ਚੱਕਰ ਨਹੀਂ ਹੈਗਾ, ਵੇ ਲੋਡ ਨਹੀਂ, ਠੀਕ ਹੈ। ਅੱਗੇ ਆਪਾਂ ਆਹ ਆਪਣਾ ਆਈ ਡੀ ਸੀ ਵੈਲਿਊ ਕੱਢ ਲਈ, ਆਰ ਐਲ ਦੀ ਵੈਲਿਊ ਇਨਫਿਨਿਟੀ ਹੈ, ਤਾਂ ਆਈ ਡੀ ਸੀ ਦੀ ਕੋਲ ਦਿਸ ਵਨ 0 ਹੋ ਗਿਆ, ਤਾਂ ਆਈ ਡੀ ਸੀ ਪਿਓਰ ਡੀ ਸੀ ਵੈਲਿਊ ਇਕੱਲੀ ਮੂਰਲੀ ਆ ਜਾਊਗਾ ਆਹ ਵਾਲੀ, ਠੀਕ ਹੈ। ਤਾਂ ਇਹ ਵੈਲਿਊ ਦੋਨੇ ਫੁੱਲ ਲੋਡ ਤੇ ਹਾਫ ਲੋਡ ਦੇ ਵਿੱਚ ਵੈਲਿਊ ਪੁੱਟ ਕਰ ਦੋ ਆਪਣੇ ਕਰ। ਹੁਣ ਅੱਗੇ ਹੈਗਾ ਪੀਕ ਇਨਵਰਸ ਵੋਲਟੇਜ ਕੀ ਹੈ। ਹੁਣ ਇਹ 'ਚ ਪੀਕ ਇਨਵਰਸ ਵੋਲਟੇਜ ਕੀ ਹੈ, ਉਹ ਸਿੰਗਲ ਹੀ ਹੈ, ਸੇਮ ਹੀ ਹੈ ਜੋ ਆਪਾਂ ਹਾਫ ਵੇਵ ਵਿੱਚ ਪੜ੍ਹੀ ਹੈ, ਕਿਉਂਕਿ ਜਿਹੜਾ ਰਿਵਰਸ ਬਾਇਸ ਹੁੰਦਾ ਤਾਂ D1 ਹੀ ਕੰਡਕਟ ਕਰਦਾ ਡਾਇਡ, ਤੇ D2 ਨਹੀਂ ਕੰਡਕਟ ਕਰਦਾ, ਠੀਕ ਹੈ। ਇਹਦਾ ਮਤਲਬ ਕੀ ਹੈ, ਜਿਹੜਾ D2 ਆ ਉਹ ਰਿਵਰਸ ਬਾਇਸ ਦੇ ਵਿੱਚ ਆ, ਉਹਦੇ ਵਿੱਚ ਮੈਕਸਿਮਮ ਵੋਲਟੇਜ ਜਿਹੜੀ ਆਪਾਂ ਅਪਲਾਈ ਕਰਦੇ ਹਾਂ ਇੱਕ ਸਿੰਗਲ ਡਾਇਡ ਜਿੰਨੀ ਅਪਲਾਈ ਕਰ ਸਕਦਾ। ਪਰ ਜਦੋਂ ਆਪਾਂ ਬ੍ਰਿਜ ਰੈਕਟੀਫਾਇਰ ਦੀ ਗੱਲ ਕਰਾਂਗੇ, ਬ੍ਰਿਜ ਰੈਕਟੀਫਾਇਰ ਦੀ ਸਾਰਾ ਕੁਝ ਐਫੀਸ਼ੀਐਂਸੀ ਸਾਰਾ ਕੁਝ ਸੇਮ ਹੈ, ਫਰਕ ਕੀ ਰਿਹਾ ਉਹਦੀ ਜਿਹੜੀ ਪੀਕ ਇਨਵਰਸ ਵੋਲਟੇਜ ਆ ਉਹ ਡਬਲ ਆ ਐਜ਼ ਕੰਪੇਅਰ ਟੂ ਸਿੰਪਲ ਫੁੱਲ ਵੇਵ ਰੈਕਟੀਫਾਇਰ ਦੇ ਨਾਲ ਆਪਾਂ ਸੈਂਟਰ ਟੈਬ ਯੂਜ਼ ਕਰਦੇ ਹਾਂ। ਇਸ ਕਰਕੇ ਮੋਸਟਲੀ ਆਪਾਂ ਜ਼ਿਆਦਾਤਰ ਬ੍ਰਿਜ ਰੈਕਟੀਫਾਇਰ ਯੂਜ਼ ਕਰਦੇ ਹਾਂ, ਜਿਹਦੇ ਵਿੱਚ ਪੀਕ ਇਨਵਰਸ ਵੋਲਟੇਜ ਵੱਧ ਜਾਂਦੀ ਹੈ। ਪੀਕ ਇਨਵਰਸ ਵੋਲਟੇਜ ਮਤਲਬ ਮੈਕਸਿਮਮ ਵੋਲਟੇਜ ਡਿਊਰਿੰਗ ਰਿਵਰਸ ਬਾਇਸ ਆਪਾਂ ਜਿਹੜੀ ਦੇ ਸਕਦੇ ਹਾਂ ਉਹ ਡਬਲ ਹੋ ਜਾਂਦੀ ਹੈ, ਠੀਕ ਹੈ। ਇਹਦੇ ਨਾਲ ਜਿਹੜੇ ਥੋੜ੍ਹੇ ਰੈਕਟੀਫਾਇਰ ਸੀ, 2 ਲੰਬੇ ਜਿਹੜੇ ਵੱਡੇ ਆਰਟੀਕਲ ਸੀਗੇ ਉਹ ਥੋੜ੍ਹੇ ਕੰਪਲੀਟ ਹੋ ਚੁੱਕੇ ਨੇ। ਰੈਕਟੀਫਾਇਰ ਅਤੇ ਕਲਿੱਪਰ ਜਿਹਨੂੰ ਨਹੀਂ ਸਮਝ ਲੱਗਿਆ ਉਹ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸ ਦਿਓ, ਠੀਕ ਹੈ। ਜੇ ਸਮਝ ਲੱਗਿਆ ਤਾਂ ਵੀ ਥੋੜ੍ਹੀ ਐਪਰੀਸ਼ੀਏਟ ਕਰ ਦਿਓ, ਠੀਕ ਹੈ। ਹੁਣ ਇਹ ਪਾਰਟ ਥੋੜ੍ਹਾ ਪਹਿਲਾਂ ਖਤਮ ਹੋ ਚੁੱਕਿਆ, ਸੈਕਿੰਡ ਪਾਰਟ ਜਿਹੜਾ ਥੋੜ੍ਹਾ ਵਾ ਇਹੀ ਵੀਡੀਓ ਮੈਂ ਅਪਲੋਡ ਕਰੂੰਗਾ ਸੈਕਿੰਡ ਵੀਡੀਓ ਦੇ ਵਿੱਚ, ਉਹਦੇ ਵਿੱਚ ਥੋੜ੍ਹੇ ਸਾਰੇ ਫਿਲਟਰ ਸਰਕਟ ਨੇ ਉਹ ਕੰਪਲੀਟ ਹੋ ਜਾਣਗੇ, ਠੀਕ ਹੈ। ਇਸ ਦਾ ਨਾਲ ਹੀ ਮੈਂ ਇਜਾਜ਼ਤ ਲੈਂਦਾ, ਧੰਨਵਾਦ, ਸਤਿ ਸ਼੍ਰੀ ਅਕਾਲ।